थोड़ा जिहा मेरा जिहड़ा सुभाव आ उहदे च बदलाव आएगा। मैं हाइपर हो जाना, बिल्कुल हाइपर हो जाओगे। जिद्दां एक सूई कुत्ती हुंदी है ना, ਉਹ ਕਿੱਦਾਂ ਹੈ ਡੰਡੀਆਂ ਵੱਢਣ ਨੂੰ ਪੈਂਦੀ ਹੈ, ਉਸ ਤਰ੍ਹਾਂ ਤੁਸੀਂ ਕਰੋਗੇ। ਇਹ ਜਿਹੜੇ ਰਿਸ਼ੀ ਮੁਨੀ ਸੀ, ਮੈਂ ਬਾਅਦ ਚ ਸਮਝਿਆ ਕਿ ਕਿਉਂ ਵਿਚਾਰਿਆਂ ਨੂੰ ਗੁੱਸਾ ਆ ਜਾਂਦਾ ਸੀ, ਕਿਉਂਕਿ ਬ੍ਰਹਮ ਊਰਜਾ ਜਦੋਂ ਪ੍ਰਗਟ ਹੋ ਜਾਂਦੀ ਆ, ਉਹ ਮਤਲਬ ਇਹ ਆ ਕਿ ਤੁਸੀਂ ਬਹੁਤ ਵੱਡੀ ਗੱਡੀ ਤੇ ਬਹਿ ਗਏ, ਜੋ ਜਿਹਦੀ ਸਪੀਡ ਬਹੁਤ ਜ਼ਿਆਦਾ ਹੈ ਤੇ ਹਜੇ ਤੁਹਾਡਾ ਕੰਟਰੋਲ ਨਹੀਂ। ਇਸ ਕਰਕੇ ਉਸ ਸਮੇਂ ਲਈ ਅਵਸਥਾ ਬਣੇਗੀ। ਔਰ ਇੱਕ ਤੁਹਾਡੇ ਅੰਦਰ ਇੱਕ ਹੋਰ ਬੜਾ ਵੱਡਾ ਬਦਲਾਵ ਆਉਣਾ ਹੈ। ਪਹਿਲਾਂ ਵਾਂਗੂ ਤੁਸੀਂ ਨਹੀਂ ਧੱਕੇ ਨਾਲ ਜੀਵਨ ਬਤੀਤ ਕਰੋਗੇ। ਜੇ ਤੁਹਾਨੂੰ ਪਤਾ ਲੱਗ ਗਿਆ ਕਿ ਮੇਰਾ ਕੋਈ ਕਸੂਰ ਹੈਗਾ ਤੇ ਤੁਸੀਂ ਫਟ ਜਾ ਕੇ ਉਸ ਚੀਜ਼ ਨੂੰ ਰਿਕਵਰ ਕਰੋਗੇ। ਕਿ ਤੁਹਾਡੇ ਚਿੱਤ ਨੇ ਤੁਹਾਨੂੰ ਬਹਿਣ ਨਹੀਂ ਦੇਣਾ। ਤੁਸੀਂ ਜਾ ਕੇ ਮਾਫੀ ਮੰਗੋਗੇ, ਮਾਫੀ ਮੰਗ ਕੇ ਗੱਲ ਨੂੰ ਸੈਟਲ ਕਰਕੇ ਫਿਰ ਵਾਪਸ ਆ ਸਕਦੇ। ਪਹਿਲੇ ਵਾਂਗੂ ਨਹੀਂ ਕਿ ਜੋ ਕਰਤਾ ਤੇ ਬਸ ਨੱਪ ਕੇ ਗੱਡੀ ਅੱਗੇ ਤੁਰ ਗਈ। ਹੁਣ ਕਾਫੀ ਮੁਸ਼ਕਿਲ ਹੋ ਜਾਏਗਾ ਤੁਹਾਡੇ ਲਈ। ਇਹ ਸਾਧਨਾ ਦਾ ਫੈਕਟ ਹੈਗਾ। ਇਸ ਕਰਕੇ ਇਹ ਕੋਈ ਮਤਲਬ ਸੀਰੀਅਸ ਵਾਲੀ ਗੱਲ ਨਹੀਂ ਹੈ। ਮਤਲਬ ਜ਼ਰੂਰੀ ਨਹੀਂ ਹੈ ਕਿ ਮਾਫੀ ਮੰਗਣੀ, ਪਰ ਉਹ ਤੁਹਾਡੇ ਚਿੱਤ ਨੇ ਉਹਨੂੰ ਪਹਿਲੇ ਵਾਂਗੂ ਨਹੀਂ ਲੈਣਾ, ਉਹਨੇ ਉਹਨੂੰ ਰੋਕ ਲੈਣਾ ਤੁਹਾਨੂੰ। ਔਰ ਦੂਜਾ, ਨੀਂਦ ਦੇ ਉੱਤੇ ਬਹੁਤ ਪ੍ਰਭਾਵ ਪੈਂਦਾ। ਨੀਂਦ ਜਿਹੜੀ ਹੈ, ਨੀਂਦ ਤੁਹਾਡੀ, ਮੈਂ ਚਾਹੁੰਦਾ ਕਿ ਤੁਸੀਂ ਚੰਗੀ ਨੀਂਦ ਲਓ, ਰੱਜ ਕੇ ਸੌਂ। ਕਿਉਂਕਿ ਨੀਂਦ ਦੇ ਨਾਲ ਕੀ ਹੁੰਦਾ ਕਿ ਸਾਡਾ ਜਿਹੜਾ ਅੰਦਰ ਨਰਵਸ ਸਿਸਟਮ ਹੈ ਉਹ ਸਹੀ ਤਰ੍ਹਾਂ ਕੰਮ ਕਰਦਾ। ਜੇ ਤੇ ਕੋਈ ਨੌਕਰੀ ਨਹੀਂ ਕਰਦੇ ਕੋਈ ਗੱਲ ਨਹੀਂ, ਤੁਸੀਂ ਦੂਜੇ ਟਾਈਮ ਤੇ ਵੀ ਸੌਂ ਸਕਦੇ। ਤੇ ਜਦੋਂ ਸੌਣਾ ਹੈ ਉਦੋਂ ਪਲੀਜ਼ ਦੁੱਧ ਦੱਧ ਪੀ ਕੇ ਸੌਣਾ ਕਰੋ। ਤੇ ਉਹਦੇ ਨਾਲ ਕੀ ਹੋਊਗਾ ਕਿ ਤੁਹਾਡੇ ਅੰਦਰ ਜਿਹੜਾ ਹੈ ਨਾ, ਤੁਹਾਡੇ ਅੰਦਰ ਇੱਕ ਵਧੀਆ ਨੀਂਦ ਵਾਲੀ ਜਿਹੜੀ ਅਵਸਥਾ ਬਣ ਜਾਏਗੀ। ਇੱਕ ਨੀਂਦ ਜਿਹੜੀ ਕੁਝ ਸਮਾਂ ਆਉਣਾ, ਨੀਂਦ ਤੁਹਾਡੀ ਖਰਾਬ ਹੋ ਜਾਣੀ ਹੈ। ਇੱਕ ਤੁਹਾਨੂੰ ਮੁਰਦਿਆਂ ਦੇ ਸੁਪਨੇ ਬਹੁਤ ਆਉਣਗੇ, ਮਰਿਆ ਬੰਦਿਆਂ ਦੇ। ਤੁਸੀਂ ਕਿਤੇ ਸੋਚਿਆ ਵੀ ਨਹੀਂ ਹੋਊਗਾ ਉਹਨਾਂ ਬੰਦਿਆਂ ਦੇ ਸੁਪਨੇ ਤੁਹਾਨੂੰ ਆਉਣੇ, ਖਾਸ ਕਰਕੇ ਮੁਰਦਿਆਂ ਦੇ। ਉਹ ਕਿਉਂ ਆਉਂਦੇ ਨੇ? ਉਹ ਕਿਉਂਕਿ ਸਬ ਕੌਨਸ਼ੀਅਸ ਮਾਈਂਡ, ਅਨਕੌਨਸ਼ੀਅਸ ਮਾਈਂਡ ਜਦੋਂ ਕਲੀਨ ਅਪ ਹੁੰਦਾ ਨਾ, ਇਹਦੇ ਵਿੱਚ ਜਿਹੜਾ ਵੀ ਕੁਝ ਮੈਮਰੀਜ਼ ਹੁੰਦੀਆਂ ਨੇ ਉੱਪਰ ਆ ਜਾਂਦੀਆਂ। ਉਹਦੇ ਕਰਕੇ ਤੁਸੀਂ ਕਹੋਗੇ ਕਿ ਏਦਾਂ ਕਿਉਂ ਹੋ ਰਿਹਾ। ਔਰ ਸੁਪਨੇ ਵੀ ਜ਼ਿਆਦਾ ਆ ਸਕਦੇ ਆ। ਅਸਲ 'ਚ ਨਾ ਸੁਪਨੇ ਜ਼ਿਆਦਾ ਨਹੀਂ ਆਉਂਦੇ। ਉਹਦਾ ਕਾਰਨ ਇੱਕ ਹੁੰਦਾ ਕਿ ਉਦਾਹਰਨ ਤੌਰ ਤੇ ਜਦੋਂ ਆਪਾਂ ਸੌਂਦੇ ਹਾਂ ਨਾ, ਤੇ ਸਾਡੇ ਅੰਦਰ ਚੇਤਨਾ ਘੱਟ ਹੁੰਦੀ ਹੈ। ਇਸ ਕਰਕੇ ਜ਼ਿਆਦਾ ਸੁਪਨੇ ਆਪਾਂ ਰਿਕਾਰਡ ਨਹੀਂ ਕਰ ਪਾਉਂਦੇ। ਕੇਵਲ ਸਾਨੂੰ ਉਹ ਸੁਪਨੇ ਯਾਦ ਰਹਿੰਦੇ ਨੇ ਜਿਹੜੇ ਮਾਰਨਿੰਗ ਤੇ ਅਸੀਂ ਥੋੜੇ ਦੇਖਦੇ ਹਾਂ। ਇੱਕ ਅੱਧਾ ਸੁਪਨਾ ਉਹ ਵੀ ਫੇਡ ਅਵੇ ਹੋ ਜਾਂਦਾ ਕੁਝ ਸਮੇਂ ਬਾਅਦ। ਬਟ ਇਹਦੇ ਸਾਧਨਾ ਦੇ ਵਿੱਚ ਇੱਕ ਇਹ ਚੀਜ਼ ਆਉਂਦੀ ਹੈ ਕਿ ਜਦੋਂ ਤੁਸੀਂ ਮੈਮਰੀ ਕਲੀਨਿੰਗ ਕਰਦੇ ਨਾ, ਕਲੀਨਿੰਗ ਹੁੰਦੀ ਹੈ, ਸਫਾਈ ਹੁੰਦੀ ਹੈ, ਝਾੜੂ ਪੋਚਾ ਚੱਲਦਾ ਉੱਥੇ, ਉਹਦੇ ਕਰਕੇ ਥੋੜੇ ਜਿਹੇ ਸੁਪਨੇ ਜਿਹੜੇ ਤੁਹਾਨੂੰ ਇੰਝ ਲੱਗੂਗਾ ਕਿ ਦੌੜ ਤੋਂ ਜ਼ਿਆਦਾ ਆ ਗਏ। ਉਹ ਵੀ ਕੋਈ ਵਰੀ ਕਰਨ ਵਾਲੀ ਗੱਲ ਨਹੀਂ ਹੈ। ਇੱਕ ਸਮਾਂ ਆਊਗਾ ਉੱਥੋਂ ਵੀ ਤੁਸੀਂ ਅੱਗੇ ਲੰਘ ਜਾਣਾ। ਤੇ ਕਈ ਵਾਰੀ ਜਦੋਂ ਤੁਸੀਂ ਰਾਤ ਨੂੰ ਸਾਧਨਾ ਕਰਦੇ ਕਰਦੇ ਸੌਂ ਜਾਂਦੇ ਜੋ, ਉਹਦੇ ਵਿੱਚ ਇਹ ਵੀ ਹੁੰਦਾ ਵਾ ਕਿ ਤੁਸੀਂ ਬਹੁਤ ਗਹਿਰੇ ਚੱਲ ਜਾਂਦੇ, ਬਹੁਤ ਬੋਲੇ ਤੇ ਬਹੁਤ ਜਗ੍ਹਾ ਤੇ ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਕਿ ਮੈਨੂੰ ਅੱਜ ਬਹੁਤ ਜ਼ਿਆਦਾ ਗਹਿਰੀ ਨੀਂਦ ਆ ਗਈ ਹੈ, ਮੈਂ ਪਤਾ ਨਹੀਂ ਕਿੱਥੇ ਚੱਲ ਗਿਆ, ਇੰਨਾ ਗਹਿਰਾ ਮੈਂ ਕਿਤੇ ਗਿਆ। ਕਿਉਂਕਿ ਸਾਧਨਾ ਚ ਬੈਠੇ ਬੈਠੇ ਤੁਸੀਂ ਸੌਂ ਗਏ। ਇੱਕ ਸੱਚ ਮੈਂ ਹੋਰ ਵੀ ਕਹਿਣਾ ਚਾਹੁੰਦਾ, ਜਿਹੜਾ ਸਾਧਕ ਆ ਉਹਦੇ ਲਈ ਸਾਧਨਾ ਕਰਨ ਤੋਂ ਬਾਅਦ ਸੌਣਾ ਬਹੁਤ ਜ਼ਰੂਰੀ ਹੈ। ਤੁਸੀਂ ਸਾਧਨਾ ਕਰਦੇ ਜੋ, ਸਾਧਨਾ ਕਰਕੇ ਅੱਧਾ ਘੰਟਾ ਪੌਣਾ ਘੰਟਾ ਜ਼ਰੂਰ ਸੌਵੋ। ਉਹਦੇ ਨਾਲ ਕੀ ਹੋਊਗਾ ਕਿ ਇੱਕ ਤੁਹਾਡੀ ਜਿਹੜੀ ਬੋਡੀ ਹੈ ਨਾ, ਰਿਕਵਰ ਕਰ ਲਊਗੀ ਐਨਰਜੀ। ਉਦਾਂ ਨਹੀਂ ਤੇ ਜ਼ੋਰ ਬਹੁਤ ਲੱਗਦਾ। ਸਾਧਨਾ ਵੀ ਜਿਹੜੀ ਉਹ ਕਬੀਰ ਜੀ ਐਵੇਂ ਨਹੀਂ ਕਹਿੰਦੇ, ਭੁੱਖੇ ਪੇਟ ਭਗਤੀ ਨਾ ਕੀਜੀਏ ਜੇ ਮਾਲਾ ਆਪਣੀ ਲੀਜੀਏ। ਤੇ ਭੁੱਖੇ ਢਿੱਡ ਭਗਤੀ ਨਹੀਂ ਹੁੰਦੀ। ਭਗਤੀ ਲਈ ਸ਼ਕਤੀ ਚਾਹੀਦੀ ਹੈ। ਇਸ ਲਈ ਪੋਜ਼ਿਟਿਵ ਚੀਜ਼ਾਂ ਖਾਓ, ਫਰੂਟ ਖਾਇਆ ਕਰੋ, ਸਬਜ਼ੀਆਂ ਖਾਇਆ ਕਰੋ। ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹਨ। ਕਿਉਂਕਿ ਜਿੰਨੀ ਜ਼ਿਆਦਾ ਆਪਾਂ ਪੋਜ਼ਿਟਿਵ ਐਨਰਜੀ ਲੈਂਦੇ ਹਾਂ ਨਾ, ਓਨਾ ਹੀ ਆਪਾਂ ਨੂੰ ਉਹਦਾ ਫਾਇਦਾ ਮਿਲਦਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਟੈਕਨੀਕਲ ਗੱਲਾਂ ਨੇ, ਤੇ ਬਾਕੀ ਤਾਂ ਠੀਕ ਹੀ ਠੀਕ ਹੈ, ਹੋਰ ਤੇ ਕੋਈ ਪ੍ਰੋਬਲਮ ਨਹੀਂ ਗੀ। ਇੱਕ ਸਾਧਨਾ ਕਰਨੀ ਹੈ ਤੇ ਪਿੱਛੇ ਢੋਲ ਲਾ ਕੇ ਕਰਨੀ ਹੈ, ਲੱਕ ਦੇ ਮਗਰ ਸਪੋਰਟ ਚਾਹੀਦੀ ਹੈ ਤੁਹਾਡੇ। ਅਕਸਰ ਜੇ ਤੁਸੀਂ ਸਾਧਨਾ ਕਰਦੇ ਜੋ, ਤੁਹਾਡਾ ਮੂੰਹ ਟੱਡਿਆ ਜਾਣਾ ਤੇ ਸਿਰ ਤੁਹਾਡਾ ਇੰਝ ਲੱਗਣਾ ਜਿੱਦਾਂ ਵਾਲਾਂ ਨੂੰ ਪਿੱਛੋਂ ਖਿੱਚ ਲਈਦਾ ਫੜ ਕੇ ਪਿੱਛੇ ਨੂੰ, ਤੇ ਮੱਥਾ ਤੁਹਾਡਾ ਛਾਤਲ ਹੋ ਜਾਏਗਾ। ਜਾਂ ਇੱਕ ਹੋਰ ਆਪਸ਼ਨ ਹੈ, ਬਿਲਕੁਲ ਹੀ ਤੁਸੀਂ ਅਗਲੇ ਬੰਨੇ ਡਿੱਗ ਜਾਓਗੇ ਤੇ ਤੁਹਾਡੀ ਝੋਲੀ ਦੇ ਵਿੱਚ ਤੁਹਾਡਾ ਸਿਰ ਵੜ ਜਾਊ ਅਗਲੇ ਬੰਨੇ, ਮੱਥਾ ਤੁਹਾਡਾ ਲੱਗ ਜਾਣਾ ਧਰਤੀ। ਤੁਸੀਂ ਏਦਾਂ ਬਹੋਗੇ ਤਾਂ ਬਹਿ ਨਹੀਂ ਸਕਦੇ, ਪਰ ਸਾਧਨਾ 'ਚ ਚੱਲ ਜਾਣਾ। ਇਹ ਚੀਜ਼ ਦਾ ਧਿਆਨ ਰੱਖਣਾ।
ਇਹ ਨਾਰਮਲ ਆ, ਕੋਈ ਗਲਤ ਚੀਜ਼ ਨਹੀਂ ਆ, ਪਰ ਏਦਾਂ ਤੁਹਾਡੇ ਨਾਲ ਹੋਣਾ ਹੈ। ਤੁਹਾਡਾ ਸਿਰ ਕਦੋਂ ਪਿੱਛੇ ਚੱਲ ਗਿਆ, ਤੁਹਾਡਾ ਸਿਰ ਅੱਗੇ ਬਣੇ ਕਦੋਂ ਚੱਲ ਗਿਆ ਤੁਹਾਨੂੰ ਨਹੀਂ ਪਤਾ ਲੱਗੇ, ਉਦੋਂ ਤੁਸੀਂ ਬਹੁਤ ਗਹਿਰੇ ਹੋ। ਤੋ ਠੀਕ ਹੈ ਜੀ ਸਾਹਿਬ, ਅੱਜ ਦੇ ਵਿਚਾਰ ਸ਼ੁਰੂ ਕਰੋ। ਹਾਂਜੀ, ਇਹ ਗੁਰਖੀ ਸਾਹਿਬ, ਇਹ ਅੱਜ ਦੀ ਵਿਚਾਰ ਦੇ ਵਾਸਤੇ ਜ਼ਰੂਰੀ ਗੱਲਾਂ ਸੀਗੀਆਂ। ਇਹ ਵਿਚਾਰ ਹੀ ਸ਼ੁਰੂ ਇੱਥੋਂ ਹੋਣੀ ਆ, ਅੱਜ ਇਹ ਵਿਚਾਰ ਹੀ ਸ਼ੁਰੂ ਇੱਥੋਂ ਹੋਣੀ ਹੈ। ਹਾਂਜੀ ਹਾਂਜੀ, ਕੱਲ ਆਪਾਂ ਨੇ ਲਿਆ ਸੀਗਾ ਸ਼ਬਦ, ਹਾਂ, ਕਬੀਰ ਜੀ ਦਾ ਮਾਰੂ ਸ਼ਬਦ ਲਿਆ ਸੀ ਕੱਲ। ਰਾਮ ਸਿਮਰ ਪਛਤਾਏਗਾ ਮਨ, ਪਾਪੀ जीरा लोभ करते आज काल उठ जाएगा। रहाओ लालच लागे जन्म गवाया, माया परम भुलाएगा। तन जौबन का गर्भ न कीजे, कागज ज्यों गल जाएगा। जो जमे आए केस गह पटके, ता दिन किछ न बसाएगा। सिमरन भजन दया नहीं कीनी, तौ मुख चोटा खाएगा। धर्म राय जब लेखा मांगे, क्या मुख लैके जाएगा। कहत कबीर सुनो रे संतो, साध संगत तर जाएगा। ਹੁਣ ਜਿਨ੍ਹਾਂ ਨੇ ਦੇਖੋ ਆਪਸ਼ਨ ਦਿੱਤਾ ਹੈ ਕਬੀਰ ਜੀ ਨੇ ਵੀ ਰਾਮ ਸਿਮਰ ਪਛਤਾਏਗਾ, ਔਰ ਜਿਨ੍ਹਾਂ ਨੇ ਇਹ ਆਪਸ਼ਨ ਕਬੀਰ ਜੀ ਦੀ ਗੱਲ, ਇਹ ਕਬੀਰ ਜੀ ਨਹੀਂ ਹੈਗੇ, ਆਪਣੇ ਗੁਰੂ ਹੈਗੇ, ਇਹ ਆਪਣੇ ਗੁਰੂ ਹੈਗੇ, ਸਤਿਗੁਰੂ ਹੈਗੇ, ਜਿਨ੍ਹਾਂ ਨੇ ਸਤਿਗੁਰੂ ਦੀ ਗੱਲ ਮੰਨ ਲਈ। ਕਹਿੰਦੇ ਹਨ ਜੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਗਏ, ਗੁਰੂ ਥਾਪ ਕੇ ਗਏ। ਜਿਨ੍ਹਾਂ ਨੇ ਇਸ ਗੁਰੂ ਦੀ ਗੱਲ ਮੰਨ ਲਈ, ਅਰਥਾਤ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਮੰਨ ਲਈ, ਜਿਨ੍ਹਾਂ ਨੇ 10 ਗੁਰੂਆਂ ਦੀ ਗੱਲ ਮੰਨ ਲਈ, ਜਿਨ੍ਹਾਂ ਨੇ ਬ੍ਰਹਮ ਗਿਆਨੀਆਂ ਦੀ ਗੱਲ ਮੰਨ ਲਈ। ਕਹਿਤ ਕਬੀਰ ਸੁਨੋ ਰੇ ਸੰਤੋ, ਮੰਨਣੀ ਸੰਤਾਂ ਨੇ ਹੈ, ਸਾਧੂਆਂ ਨੇ ਹੈ। ਸਾਧਨਾ ਕਰਨ ਵਾਲੇ ਸੰਤ ਕੌਣ ਹੈ? ਜਿਹੜੇ ਸਾਧਨਾ ਕਰ ਰਹੇ, ਜਿਨ੍ਹਾਂ ਨੇ ਮੰਨ ਲਈ, ਸਾਧ ਸੰਗਤ ਦੇ ਵਿੱਚ ਕਹਿੰਦੇ ਤਰ ਜਾਏਗਾ। ਹੁਣ ਜਿਨ੍ਹਾਂ ਨੇ ਮੰਨ ਲਈ, ਅਗਲਾ ਸ਼ਬਦ ਆ ਗਿਆ रविदास जी का शब्द। राग मारू बाणी रविदास जियो की, एक ओंकार सतगुर प्रसाद। ऐसी लाल तुझ बिन कौन करे, हे मेरे मालका आ की करता, आ की हो गया मेरे नाल, आ की हो गया मालका। ऐसी लाल तुझ बिन कौन करे, तेरे तो बगैर कौन कर सकता है मालका, तेरे तो बगैर कौन कर सकता है। गरीब निवाज गुसैया मेरा, माथा छत्र धरा रहा। मालका तू तो मेरे मत्थे ते छत्र रखता, तू तो मैनू राजा बनाता, तू तो गरीब नू निवाजता मालका, गरीब नू निवाजता। ऐसी लाल तुझ बिन कौन करे, कौन कर सकता तेरे तो बगैर। गरीब निवाज गुसैया साईं मेरा, माथे छत्र धरे, मत्थे ते छत्र रखता तू मेरे, रहाओ। रविदास जी कह रहे हैं, रविदास जी जाकी छोत जगत को लागै, तापर तू ही ढरै। कहते मैं तो उस खानदान दे विच हाँ, उस जाति दे विच हाँ कि जिन्हों टच भी कर जाता सीगा ब्राह्मण जां होर, ते किन्नी वारी नहाउंदा सीगा अगला। इन्ना छुआछूत सीगी उस टाइम च, कबीर जी दे टाइम, रविदास जी दे टाइम। आ देखो की कह रहे हैं, जाकी छोत जगत को लागे, जगत दुनिया, शूदर जिहड़े हैगे, शूदर नूं तां दूरों ही जिहड़े हैगे, दूरों मैं तां हाले तक जिहड़ा हैगा मेरियां अखां देखदे देखदे जिहड़ा हैगा मैं ਇੱਥੇ तक देखिया आ, ਜਿਹੜੇ ਵਿਚਾਰੇ ਕੰਮ ਕਰਨ ਆਉਂਦੇ ਸੀਗੇ, ਗੋਡੀ ਕਰਨੀ ਹੈ ਜਿਨ੍ਹਾਂ ਨੇ, ਜਿਹਨੇ ਖੇਤ ਦੇ ਵਿੱਚ ਆਉਂਦੇ ਸੀ, ਉਹਨਾਂ ਦੇ ਮੱਗ ਵੀ ਅਲੱਗ ਹੁੰਦੇ ਸੀ ਚਾਹ ਪੀਣ ਦੇ, ਉਹਨਾਂ ਦੀ ਥਾਲੀਆਂ ਵੀ ਅਲੱਗ ਪਈਆਂ ਹੁੰਦੀਆਂ ਸੀ, ਉਹਨਾਂ ਦਾ ਸਾਰੀਆਂ ਚੀਜ਼ਾਂ ਅਲੱਗ ਪਈਆਂ। ਇਹ ਤਾਂ ਮੇਰੀਆਂ ਅੱਖਾਂ ਦੇਖਣ ਦੀ ਹੁਣ ਦੀ ਗੱਲ ਹੈਗੀ। ਜਾਂ ਕਿ ਛੋਤ ਜਗਤ ਕੋ, ਉਹ ਵਿਚਾਰਿਆਂ ਨੇ ਜਿਹੜਾ ਹੈਗਾ ਉਹ ਬੈਠਦੇ ਵੀ, ਜੱਟ ਜਿਹੜਾ ਹੈਗਾ, ਮਾਤੜ ਜਿਹੜਾ ਹੈਗਾ ਉਹ ਨਹੀਂ ਬੈਠ ਸਕਦਾ ਪੈਰਾਂ ਪਰ, ਉਹਨਾਂ ਨੇ ਵਿਚਾਰਿਆਂ ਨੇ ਪੈਰਾਂ ਦੇ ਭਾਰ ਜਿਹੜੇ ਬੈਠ ਕੇ, ਔਰ ਜਿਹੜਾ ਹੈਗਾ ਉਸੇ ਪੋਜੀਸ਼ਨ 'ਚ ਜਿਹੜਾ ਹੈਗਾ ਰੋਟੀ ਖਾਣੀ, ਘੰਟਾ ਘੰਟਾ, ਅੱਧਾ ਘੰਟਾ, ਗੋਡੀ ਵੀ 2-2 ਘੰਟੇ, 3, ਸਾਰਾ ਦਿਨ ਹੀ ਪੈਰਾਂ ਭਾਰ ਬੈਠੇ ਰਹਿੰਦੇ ਸੀ। ਦਿਖਾਏ ਤਾਂ ਕੋਈ ਬਿਮਾਰੀ ਉਹਨਾਂ ਨੂੰ ਟੱਚ ਕਰਕੇ। गरीब निवाज गुसैया मेरा, माथे छतर धरे रहाओ। जाकी छोत जगत को लागै, तां पर तू ही ढरै।
ਔਰ ਬਾਣੀ ਕਹਿੰਦੀ ਹੈ ਦੇਖੋ ਪੰਜਵੀਂ ਪਾਤਸ਼ਾਹੀ, ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ। ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਕਹਿੰਦੇ ਉਹ ਨਹੀਂ ਡਰਦਾ ਮਾਲਕ ਪਰਮਾਤਮਾ, ਉਹ ਤਾਂ ਨੀਵੇਂ ਨੂੰ ਉੱਚਾ ਕਰ ਦਿੰਦਾ, ਰਾਜਾ ਬਣਾ ਦਿੰਦਾ। ਵੱਡੇ ਵੱਡੇ ਮਹਾਰਾਜੇ ਰਾਜੇ ਜਿਹੜੇ ਦੁਨਿਆਵੀ ਹੈਗੇ ਉਹ ਕੀ ਮੁਕਾਬਲਾ ਕਰ ਸਕਦੇ ਆ, ਕੀ ਮੁਕਾਬਲਾ ਕਰ ਸਕਦੇ ਐਸੇ ਲਾਲ ਦਾ, ਐਸੇ 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 ਜਿਹੜੇ ਹੈਗੇ ਭਗਤ ਦਾ। ਹੈ ਕੋਈ ਉਹਨਾਂ 'ਚ ਹਿੰਮਤ, ਹੈ ਕੋਈ ਦਮ। ਜਾਂ ਕੀ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਢਰੈ। ਕਹਿੰਦੇ ਤੂੰ ਮਾਲਕਾ, ਤੂੰ ਜਿਹੜਾ ਹੈਗਾ ਢਰੇ ਦਾ ਕੀ ਮਤਲਬ ਆ ਬਈ ਤੂੰ ਪਿਘਲ ਗਿਆ ਮਾਲਕਾ, ਤੂੰ ਪਿਘਲ ਗਿਆ। ਵਾਹ ਬਈ ਵਾਹ, ਵਾਹ ਮਾਲਕਾ ਵਾਹ, ਕਿਆ ਬਾਤ ਹੈ। ਜਾਂ ਕਿ ਜੋ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ, ਜਿਸ ਤਰ੍ਹਾਂ ਬਰਫ਼ ਜਿਹੜੀ ਹੈ ਉਹ ਢਲ ਜਾਂਦੀ ਆ, ਢਰ ਜਾਂਦੀ ਆ, ਇਸ ਤਰ੍ਹਾਂ ਮਾਲਕ ਪਰਮਾਤਮਾ ਪਿਘਲ ਜਾਂਦਾ ਹੈ ਭਾਈ ਭਗਤ ਦੇ ਉੱਤੇ, ਭਗਤੀ ਕਰਨ ਵਾਲੇ ਦੇ ਉੱਤੇ। ਜਾਂ ਕਿ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਢਰੈ, ਨੀਚਾ ਉੱਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਉਹ ਨਹੀਂ ਡਰਦਾ ਕਿਸੇ ਕੋਲੋਂ, ਉਹ ਤਾਂ ਨੀਚ ਨੂੰ ਥਾਪ ਦਿੰਦਾ ਹੈ, ਕੀੜੀ ਨੂੰ ਪਾਤਸ਼ਾਹੀ ਦੇ ਦਿੰਦਾ ਹੈ ਭਾਈ, ਪਾਤਸ਼ਾਹੀ ਦੇ ਦਿੰਦਾ ਹੈ। ਉਹ ਪਾਤਸ਼ਾਹ ਨੂੰ ਜਿਹੜਾ ਹੈਗਾ ਭਿਖਾਰੀ ਬਣਾ ਦਿੰਦਾ ਹੈ। ਜਾਂ ਕਿ ਛੋਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਢਰੈ। ਅੰਗ ਜੀ ਮਾफ़ करना जी, कोई अंग पूछ रहे 1106 1106। जाकी छोत जगत को लागे तां पर तू ही डरै, नीचे ऊंच करे मेरा गोबिंद, काहू ते ना डरै। वो नहीं डरदा किसी कोलों पाए, नीच नूं ऊंचा कर दिंदा है। जिस नीच नूं ऊंचा करदा ਉਹ ਵੀ ਨਹੀਂ ਡਰਦਾ ਜੀ ਕਿਸੇ। बिल्कुल, बहुत वधिया जी, बहुत वधिया, बिल्कुल सही गल है, बिल्कुल सही गल है। नामदेव कबीर तिलोचन सदना सैन तरह। आ देखो महाराज गिना रहे हैं, रविदास जी गिना रहे हैं, कहते नामदेव देख लो, कबीर देख लो, समकाली सीगे ਜਿਹੜੇ ਹੈਗੇ कबीर नामदेव तिलोचन, ਇਹ समकाली ਸੀਗੇ। नामदेव कबीर तिलोचन सदना सैन तरह, कह रविदास सुनो रे संतो, हर जियो ते सब सर है। ਇਸ ਕਰਕੇ ਸੰਤੋ ਭਗਤੀ ਕਰ ਰਹੇ ਹੋ, ਸ਼ਾਂਤੀ ਰੱਖੋ, ਧੀਰਜ ਰੱਖੋ, ਹੌਸਲਾ ਰੱਖੋ। ਪਰਮਾਤਮਾ ਕੋਲੋਂ ਸਾਰਾ ਕੁਝ ਸਰਦਾ ਹੈ, ਸਾਰਾ ਕੁਝ ਸਰਦਾ ਹੈ। ਉਹ ਦੁਨੀਆ ਬਣਾਉਣ ਵਾਲਾ ਹੈ ਮਾਲਕ ਪਰਮਾਤਮਾ, ਉਹਦੇ ਤੋਂ ਉਹਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ। ਉਹਦੇ ਬਾਰੇ ਤਾਂ ਇਹ ਕਹਿਣਾ ਹੀ ਵੀ ਮਾਲਕ ਤੋਂ ਸਾਰਾ ਸਰਦਾ ਹੈ, ਇਹ ਵੀ ਜਿਹੜੀ ਹੈਗੀ ਗੱਲ ਮਤਲਬ ਜਿਹੜੀ ਹੈਗੀ ਉਹਦੀ ਉਚਾਈ ਜਿਹੜੀ ਹੈ ਨਹੀਂ ਦੱਸਦੀ। ਨਾਮਦੇਵ कबीर तिलोचन सदना सैन तरह, कह रविदास सुनो रे संतो, हर जियो ते सब सर है। हाँ जी गुरकी साहब, पूरा शब्द हो गया जी। मज़ा आਉਂਦਾ ਇਹਦੇ ਵਿੱਚ ਨਾ, ਇੱਕ ਵਾਰੀ ਪੂਰਾ ਸ਼ਬਦ ਜਿਹੜਾ ਹੈਗਾ ਪੂਰਾ ਆਪਾਂ ਉਹਦਾ ਪਤਾ ਲੱਗ ਜਾਂਦਾ। ਇਸ ਤੋਂ ਬਾਅਦ ਹੁਣ ਆਪਾਂ ਵਿਚਾਰ ਕਰ ਸਕਦੇ। ठीक है निजर साहब, पहले तो को बोल दो। हाँ जी, हाँ जी। ऐसी लाल तुझ बिन कौन करे, गरीब निवाज गुसैया मेरा, माथा छतर तरह रहाओ। ਇਹਦਾ ਮਤਲਬ ਕੀ ਹੈ ਫਿਰ ਸਮਝੋ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਲਾਲ ਮਾਲਕ ਨੂੰ ਕਿਹਾ ਹੈ, ਹੇ ਮੇਰੇ ਲਾਲ, ਲਾਲ ਜਿਹੜਾ ਪਿਆਰਾ, ਹੇ ਮੇਰੇ ਪਿਆਰੇ, ਆ ਕੀ ਹੋ ਗਿਆ? ਧਿਆਨ ਸਿਮਰਨ ਕੀਤਾ ਤੇ ਆ ਜਿਹੜਾ ਹੈਗਾ ਅੰਮ੍ਰਿਤ ਰਸ ਆ ਗਿਆ ਔਰ ਰਾਜਾ ਬਣਾ ਦਿੱਤਾ ਮਾਲਕ ਨੇ। ਮਾਲਕ ਨੇ ਰਾਜਾ ਛਤਰ ਰੱਖਤਾ। ਇਹ ਬਾਣੀ ਦੇ ਵਿੱਚ 2-3 ਜਗ੍ਹਾ ਤੇ ਆਇਆ ਵੀ ਜਿਹੜਾ ਅਭਿਆਸੀ ਜਿਹੜਾ ਹੈਗਾ ਵਿਚਾਰ ਮੰਡਲ ਕ੍ਰਾਸ ਕਰਦਾ ਹੈ ਔਰ ਅੱਗੇ ਜਦ ਅੰਮ੍ਰਿਤ ਰਸ ਆਉਂਦਾ ਹੈ ਤੇ ਉਹ ਜਿਹੜਾ ਹੈਗਾ ਉਹ ਤਾਂ ਮਤਲਬ ਸਾਰਿਆਂ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੇ ਨਾਮ ਤੁਮਾਰਾ, ਉਹਦੇ ਹਿਰਦੇ 'ਚ ਨਾਮ ਚਲਾ ਗਿਆ ਜਿਹਦੇ, ਤੇ ਉਹ ਤਾਂ ਰਾਜਾ ਹੋ ਗਿਆ ਭਾਈ। ਉਹ ਗਰੀਬ ਨੂੰ ਨਿਵਾਜ ਦਿੱਤਾ। ਹਾਂਜੀ ਹਾਂਜੀ, ਉਹ ਪਤਾ ਕਿਉਂ ਕਹਿ ਰਹੇ ਨੇ ਸਾਧ ਸੰਗਤ ਜੀ, ਉਹ ਮੈਂ ਸਮਝਾਉਣਾ ਆਪ ਜੀ ਨੂੰ। ਦੇਖੋ ਜਿੰਨਾ ਚਿਰ ਤੱਕ ਆਪਾਂ ਪ੍ਰਕਿਰਤੀ 'ਚ ਬੈਠੇ ਹਾਂ ਨਾ, ਤੇ ਪ੍ਰਕਿਰਤੀ ਪਰਿਵਰਤਨਸ਼ੀਲ ਹੈ। ਸਾਡੀ ਮਰਜ਼ੀ ਨਾਲ ਪ੍ਰਕਿਰਤੀ ਕੰਮ ਨਹੀਂ ਕਰਦੀ। ਪ੍ਰਕਿਰਤੀ ਨੇ ਕੋਈ ਚੀਜ਼ ਦਿੱਤੀ, ਇੱਕ ਸਮਾਂ ਆਊਗਾ ਸਾਡੇ ਤੋਂ ਲੈ ਲੈਂਦੀ ਹੈ। ਤੁਹਾਡਾ ਸਰੀਰ ਹੀ ਲਾ ਲਓ, ਤੁਹਾਡੇ ਲਾਗੇ ਜੋ ਬੰਨੇ ਰਹਿ ਰਹੇ ਨੇ ਲੋਕ, ਉਹ ਲੈ ਲਓ, ਜੋ ਤੁਹਾਡੇ ਜੀਵਨ ਦੀ ਅਵਸਥਾ ਹੈ ਉਹ ਲਾ। ਇਹ ਪਰਿਵਰਤਨਸ਼ੀਲ ਹੈ। ਜੋ ਸਰੀਰ ਸਾਡੇ ਕੋਲ ਪਹਿਲਾਂ ਅੱਜ ਹੁਣ ਕੱਲ ਥੋੜੀ ਹੁੰਦਾ ਰਹਿਣਾ, ਇੰਨੇ ਬਦਲਦਾ ਰਹਿਣਾ।
ਤੇ ਬੰਦਾ ਕੀ ਕਰਦਾ, ਬੰਦਾ ਚਾਹੁੰਦਾ ਕੋਈ ਵੀ ਚੀਜ਼ ਵਧੀਆ ਉਹ ਸੈੱਟ ਹੋ ਜਾਏ, ਢਿੱਲੇ ਨਾ। ਉਹ ਨਹੀਂ ਚਾਹੁੰਦਾ ਉੱਪਰ ਜਾਵਾਂ ਨਾ ਥੱਲੇ ਜਾਵਾਂ, ਮੈਂ ਇੱਥੇ ਰੁਕ ਜਾ। ਪਰ ਏਦਾਂ ਪੋਸੀਬਲ ਨਹੀਂ ਹੈਗਾ, ਕਿਉਂਕਿ ਪ੍ਰਕਿਰਤੀ ਪਰਿਵਰਤਨਸ਼ੀਲ ਹੈ, ਇਹਦੇ ਵਿੱਚ ਕਿਰਿਆ ਹੋਣੀ ਹੈ। ਇਹ ਪਦਾਰਥਾਂ ਨੇ ਰੂਪ ਬਦਲਦੇ ਰਹਿਣਾ, ਤੇ ਜਿਹੜਾ ਬਦਲਾਅ ਹੁੰਦਾ ਹੈ ਬੰਦਾ ਨੂੰ ਐਕਸੈਪਟ ਨਹੀਂ ਕਰਦਾ। ਇਸ ਕਰਕੇ ਬੰਦਾ ਦੁਖੀ, ਹੋਰ ਕੁਝ ਵੀ ਨਹੀਂ ਹੈਗਾ। ਅਸੀਂ ਚਾਹੁੰਦੇ ਹਾਂ ਕਿ ਜੀਵਨ ਜਿਹੜਾ ਸਾਡੀ ਮਰਜ਼ੀ ਨਾਲ ਚੱਲੇ, ਬਿਲਕੁਲ ਜਿੱਦਾਂ ਮੈਂ ਕਹਿੰਦਾ, ਸੱਜੇ ਖੱਬੇ ਅੱਗੇ ਪਿੱਛੇ ਉਸੇ ਤਰ੍ਹਾਂ ਚੱਲਦਾ ਰਹੇ। ਪਰ ਏਦਾਂ ਹੋ ਨਹੀਂ ਸਕਦਾ। ਮੈਂ ਚਾਹੁੰਦਾ ਕਿ ਸਾਰੇ ਸੁੱਖ ਮੈਨੂੰ ਮਿਲ ਜਾਣ, ਦੁੱਖ ਨਾ ਆਉਣ, ਪਰ ਪ੍ਰਕਿਰਤੀ ਦੇ ਦੋਨੋਂ ਜੁੜੇ। ਉਹ ਕਹਿੰਦੇ ਇੱਕੋ ਪਹਿਲੂ ਆ, ਉਹਦਾ ਇੱਕ ਬੰਨਾ ਤੂੰ ਵੇਖਦਾ ਪਿਆ, ਦੂਜਾ ਬੰਨਾ ਤੂੰ ਦੇਖਦਾ ਨਹੀਂ ਪਿਆ, ਜਿਸ ਕਰਕੇ ਤੂੰ ਦੁਖੀ ਹੈ। ਜਿੱਦਾਂ ਤੈਨੂੰ ਪਤਾ ਲੱਗ ਗਿਆ ਕਿ ਦੋਨੋਂ ਜਿਹੜੇ ਸਿੱਕੇ ਦੇ ਇੱਕੋ ਹੀ, ਇੱਕ ਸਿੱਕੇ ਦੇ ਦੋ ਹਿੱਸੇ ਨੇ, ਤੇ ਹੈਡ ਆ ਤੇ ਟੇਲ ਆ, ਇਹ ਦੋਨੋਂ ਜੁੜੇ ਹੋਏ ਨੇ। ਹਾਂ, ਸਿੱਕਾ ਤਾਂ ਇੱਕੋ ਹੀ ਹੈਗਾ। ਹਾਂ, ਤੇ ਤੂੰ ਚਾਹੁੰਦਾ ਕਿ ਸਿੱਕਾ ਉਹ ਕੱਲੀ ਚੀਜ਼ ਮਿਲੇ, ਕੱਲਾ ਤੇ ਮਿਲ ਨਹੀਂ ਸਕਦਾ ਤੈਨੂੰ, ਇਕੱਠੇ ਹੋਣੇ। ਤੇ ਉਸ ਜਦੋਂ ਫਿਰ ਏਦਾਂ ਹੁੰਦਾ ਕਿ ਪ੍ਰਕਿਰਤੀ ਚ ਜਿਹੜਾ ਬੰਦਾ ਰਹਿੰਦਾ ਵਾ ਉਹ ਫਿਰ ਦੁਖੀ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ। ਤੁਸੀਂ ਦੇਖਿਆ ਨੀ, ਕਈ ਬੰਦੇ ਐਨਜ਼ਾਈਟੀ ਹੋ ਜਾਂਦੀ ਹੈ, ਡਿਪਰੈਸ਼ਨ ਹੋ ਜਾਂਦਾ ਹੈ, ਕਿਉਂਕਿ ਉਹਨਾਂ ਕੁਛ ਮੰਗਿਆ ਸੀ, ਉਹ ਨਹੀਂ ਮਿਲਿਆ, ਕੁਛ ਹੋਇਆ ਉਲਟਾ ਹੋ ਗਿਆ। ਹੁਣ ਬੰਦਾ ਕੀ ਸੋਚਦਾ, ਉੱਥੇ ਤੁਰਿਆ ਫਿਰਦਾ ਹੈ ਜਿੱਥੇ ਕੁਛ ਨਹੀਂ ਹੈਗਾ, ਸਵਾਹ ਪਈ ਉੱਥੇ। ਜਾਂ ਪਤਾ ਅੱਗੇ ਚੱਲ ਜਾਂਦਾ ਤੇ ਜਾਂ ਪਤਾ ਪਿੱਛੇ ਚੱਲ ਜਾਂਦਾ, ਵਰਤਮਾਨ ਕਾਲ ਨੂੰ ਛੱਡ ਦਿੰਦਾ। ਹੁਣ ਪਰਮਾਤਮਾ ਜਿਹੜਾ ਹੈ ਪਰਿਵਰਤਨਸ਼ੀਲ ਨਹੀਂ ਆ, ਉਹ ਪਰਿਵਰਤਨ ਰਹਿਤ ਆ, ਉਹ ਚਿੰਤਾ ਤੋਂ ਪਰੇ ਹੈ। ਔਰ ਜਦੋਂ ਤੁਸੀਂ ਨਿਰਵਿਚਾਰ ਸਮਾਧੀ ਦੇ ਰਾਹੀਂ ਉਸ ਪਰਮਾਤਮਾ ਦੇ ਵਿੱਚ ਪ੍ਰਵੇਸ਼ ਕਰਦੇ ਜੋ, ਤੇ ਫਿਰ ਤੁਹਾਡੇ ਅੰਦਰ ਨਾ ਪ੍ਰਕਿਰਤੀ ਕੋਈ ਹਲਚਲ ਨਹੀਂ ਪੈਦਾ ਕਰ ਸਕਦੀ, ਕਿਉਂਕਿ ਤੁਹਾਡੇ ਅੰਦਰ ਉਹ ਹਲਚਲ ਰਹਿਤ ਅਵਸਥਾ ਹੌਲੀ ਹੌਲੀ ਕਰਕੇ ਬਣਨੀ ਸ਼ੁਰੂ ਹੋ ਜਾਣੀ। ਸ਼ੁਰੂ ਚ ਟਾਈਮ ਲੱਗਣਾ ਹੈ, ਪਰ ਜਦੋਂ ਤੁਸੀਂ ਲਗਾਤਾਰ ਧਿਆਨ ਸਿਮਰਨ ਕਰਦੇ ਗਏ ਇੱਕ ਸਮਾਂ ਆਊਗਾ, ਬੜੀ ਜ਼ਬਰਦਸਤ ਅਵਸਥਾ ਤੁਹਾਡੇ ਅੰਦਰ ਬਣ ਜਾਏਗੀ। ਉਹ ਬਾਣੀ ਚ ਸੁਣਿਆ ਨੀ, ਉਹ ਕਹਿੰਦੇ ਨੀ ਅੰਦਰ ਤੇਰੇ ਵਿਸ਼ਾਲ ਪਰਬਤ ਬਣ ਜਾਏਗਾ, ਹੁਣ ਤੈਨੂੰ ਹਿਲਾਉਣਾ ਬਹੁਤ ਔਖਾ। ਕਿਉਂ? ਕਿਉਂਕਿ ਉਹ ਪ੍ਰਮਾਤਮਾ ਦੇ ਗੁਣ ਤੇਰੇ ਵਿੱਚ ਆ ਜਾਣੇ ਆ। ਕਿਉਂ ਆਉਣੇ ਆ? ਕਿਉਂਕਿ ਉਹ ਪਾਰਸ ਆ। ਤੁਸੀਂ ਬਾਰ-ਬਾਰ ਨਿਰਵਿਚਾਰ ਸਮਾਧੀ ਦੇ ਵਿੱਚ ਪ੍ਰਵੇਸ਼ ਕਰ ਕਰਕੇ ਤੁਹਾਡੇ ਅੰਤਰਾਕਰਨ ਦੇ ਵਿੱਚ ਜਿਹੜਾ ਤੁਹਾਡਾ ਦੇਖੋ ਸੂਖਮ ਸਰੀਰ ਹੈ ਨਾ, ਉਹ ਬਹੁਤ ਸਟਰੋਂਗ ਹੋ ਜਾਏਗਾ। ਹੁਣ ਛੋਟੀ ਮੋਟੀ ਉਹ ਤਰੰਗ ਜਿਹੜੀ ਨਾ, ਉਹਨੂੰ ਹਿਲਾ ਨਹੀਂ ਸਕਦੀ, ਕਿਉਂਕਿ ਉਹ ਬਹੁਤ ਮਜ਼ਬੂਤ ਹੋ ਰਿਹਾ। ਜਿੱਦਾਂ ਪੌਦਾ ਛੋਟਾ ਸੀ ਤੇ ਉਹਦੀ ਇੱਕ ਆਪਣੀ ਕਪੈਸਿਟੀ ਆ, ਜਿਵੇਂ ਜਿਵੇਂ ਪੌਦਾ ਵੱਡਾ ਹੋਈ ਜਾਂਦਾ ਉਹਦੀ ਕਪੈਸਿਟੀ ਵੱਧਦੀ ਜਾਂਦੀ। ਇਸੇ ਹੀ ਤਰ੍ਹਾਂ ਤੁਹਾਡੇ ਅੰਤਰਾਕਰਨ ਚ ਜਦੋਂ ਚੇਤਨਾ ਪ੍ਰਗਟ ਹੋ ਗਈ, ਤੇ ਚੇਤਨਾ ਪ੍ਰਗਟ ਹੋਣ ਦੇ ਨਾਲ ਜਿਹੜਾ ਜੜ ਹੈ ਨਾ, ਜੜ ਪ੍ਰਕਿਰਤੀ ਆ, ਉਹਦਾ ਅਸਰ ਨਹੀਂ ਹੋਣਾ। ਬਿਲਕੁਲ ਗੋਰਖੀ ਸਾਹਿਬ ਇੱਕ ਗੱਲ ਦੱਸਾਂ, ਇੱਕ ਗੱਲ ਮੇਰੇ ਬਾਰ-ਬਾਰ ਦਿਮਾਗ ਦੇ ਵਿੱਚ ਘੁੰਮ ਰਹੀ ਆ ਕਿ ਜਿਹੜੀ ਹੁਣ ਜਿਹਨੇ ਅਭਿਆਸੀ ਹੈਗਾ, ਉਹਨੇ ਕੀ ਕੀਤਾ ਹੈ, ਉਹਨੇ ਪ੍ਰਕਿਰਤੀ ਤੋਂ ਉੱਪਰ ਉੱਠ ਗਿਆ, ਪ੍ਰਕਿਰਤੀ ਦੀ ਕੈਦ ਚੋਂ ਬਾਹਰ ਆ ਗਿਆ। ਉਹਨੇ ਪ੍ਰਕਿਰਤੀ ਨੂੰ ਮਨ ਜੀਤੇ ਜਗ ਜੀਤ, ਜਿਹੜਾ ਹੈਗਾ ਜਗ ਨੂੰ ਜਿੱਤ ਲਿਆ ਹੈ ਉਹਨੇ। ਔਰ ਸਾਰੀ ਦੀ ਸਾਰੀ ਜਿਹੜੀ ਹੈਗੀ ਪਾਤਸ਼ਾਹੀਆਂ ਦੁਨੀਆ ਦੀਆਂ, ਉਹ ਸਾਰੀਆਂ ਪਾਤਸ਼ਾਹੀਆਂ ਫਿੱਕੀਆਂ ਹੈਗੀਆਂ, ਫਿੱਕੀਆਂ ਉਹਦੇ ਚਰਨਾਂ ਦੀ ਧੂੜ ਵੀ ਨਹੀਂ ਹੈਗੀਆਂ। ਕਿਉਂ? ਕਿਉਂਕਿ ਉਹ ਪ੍ਰਕਿਰਤੀ ਦੇ ਵਿੱਚ ਹੈਗੀ, ਔਰ ਜਿਸ ਪ੍ਰਕਿਰਤੀ ਨੂੰ ਉਹ ਜਿੱਤ ਚੁੱਕਾ ਹੈ। ਹਾਂਜੀ ਗੁਰਕੀ ਸਾਹਿਬ। ਹਾਂ, ਇਹ ਸਾਧ ਸੰਗਤ ਜੀ ਜਿਹੜੀ ਗੱਲਾਂ ਤੁਹਾਡੇ ਨਾਲ ਮੈਂ ਕਰਦਾ, ਮੈਂ ਖਾਸ ਕਰਕੇ ਆਪਣੇ ਜੀਵਨ ਚ ਅਨੁਭਵ ਕਰ ਰਿਹਾ ਹਾਂ। ਮੈਂ ਤੁਹਾਨੂੰ ਦੱਸ ਰਿਹਾ ਤਾਂ ਅਸਰ ਨਹੀਂ ਹੁੰਦਾ ਮੁੜ ਕੇ, ਬਹੁਤ ਮੁਸ਼ਕਿਲ ਹੈ, ਤੁਹਾਡੇ ਤੇ ਪ੍ਰਭਾਵ ਹੀ ਨਹੀਂ ਪੈਣਾ। ਉਹ ਦੇਖਿਆ ਨੀ, ਜੋ ਨਰ ਸੁਖ ਮੇ ਸੁਖ ਨਾ ਮਾਨੇ ਦੁੱਖ ਮੇ, ਇਹ ਤੁਕ ਹੈਗੀ ਨਜ਼ਰ ਸਾਹਿਬ। ਹਾਂਜੀ, ਜੋ ਨਰ ਦੁੱਖ ਮੇ ਦੁੱਖ ਨਹੀਂ ਮਾਨੇ ਸੁਖ ਸਨੇ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਜਾਣੇ, ਇਸ ਤਰ੍ਹਾਂ ਦੀ ਹੈਗਾ। ਤੇ ਗੁਰੂ ਤੇਗ ਬਹਾਦਰ। ਹਾਂਜੀ, ਇਹੋ ਹੀ ਤੁਕ ਹੈ, ਸੁਖ ਮੇ ਸੁਖ ਨਹੀਂ। ਪਰਮਜੀਤ ਪੰਮੀ ਜੀ, ਆਪਣੇ ਨਾ ਮੋਬਾਈਲ ਜਾਂ ਲੈਪਟਾਪ ਜਿਸ ਨੂੰ ਤੁਸੀਂ ਖੋਲ ਕੇ ਬੈਠੇ ਹੋ, ਡਿਸਪਲੇ ਦੇ ਰਹੇ ਹੋ, ਸਾਨੂੰ ਮਤ ਦਿਓ, ਇਸ ਤਰ੍ਹਾਂ ਦਾ ਨਾ ਕਰੋ ਜੀ, ਇਹ ਤਾਂ ਗਲਤ ਕੰਮ ਹੋ ਰਿਹਾ। ਹਾਂਜੀ, ਬੜੀ ਮਿਹਰਬਾਨੀ। ਹੁਣ ਇੱਥੇ ਚੀਜ਼ ਨੂੰ ਸਮਝੋ ਆਪ, ਜੋ ਨਰ ਸੁਖ ਮੇ ਸੁਖ ਨਹੀਂ ਮਾਨੇ, ਦੁੱਖ ਨਹੀਂ ਸੁੱਖ ਮੰਨਣ ਤੋਂ ਕੋਈ ਨਾ ਥੋੜੀ ਕਰਦੀ ਕਿ ਪ੍ਰਕਿਰਤੀ ਤੋਂ ਸੁੱਖ ਨਾ ਮਨਾ, ਪਰ ਤੂੰ ਜਿੰਨਾ ਜ਼ਿਆਦਾ ਖੁਸ਼ੀ ਮਨਾਏਗਾ ਨਾ, ਜਦੋਂ ਤੈਨੂੰ ਦੁੱਖ ਮਿਲਣਾ, ਤੈਨੂੰ ਦੁੱਖ ਦੀ ਸੱਟ ਵੀ ਉਨੀ ਗਹਿਰੀ ਵੱਜਣੀ। ਇਹ ਜ਼ਰੂਰੀ ਹੈ। ਇਹ ਦੇਖੋ, ਇਹ ਕੋਈ ਵੀ ਚੀਜ਼ ਹੈ, ਜੇਕਰ ਆਪਾਂ ਸੁੱਖ ਆਉਣ ਤੇ ਬਹੁਤ ਜ਼ਿਆਦੀਆਂ ਚੀਕਾਂ ਮਾਰਦੇ ਆ ਨਾ,
ਤੇ ਦੁੱਖ ਵੀ ਜਦੋਂ ਆਉਣਾ ਹੈ ਉਹਨੀਆਂ ਚੀਕਾਂ ਆਪਾਂ ਜ਼ਿਆਦਾ ਮਾਰਨੀਆਂ। ਇੱਥੋਂ ਹੀ ਤਾਂ ਗੁਰੂ ਤੇਗ ਬਿਲਕੁਲ ਬਹਾਦਰ, ਇੱਥੋਂ ਹੀ ਤਾਂ ਸ਼ੁਰੂ ਹੋ ਰਿਹਾ ਸ਼ਬਦ ਗੁਰੂ ਤੇਗ ਬਹਾਦਰ ਜੀ ਦਾ, ਜੋ ਨਰ ਸੁਖ ਮੈਂ ਸੁਖ ਨਹੀਂ ਮਾਨੇ, ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਔਰ ਭੈ ਨਹੀਂ ਜਾ ਕੇ। ਸੁਖ ਵੀ ਦੋਨੋਂ ਪਾਸੇ ਕਹਿ ਰਹੇ ਭਾਈ, ਦੋਨੋਂ ਪਾਸੇ ਜਿਹੜਾ ਤੈਨੂੰ ਨਾ ਦੁੱਖ ਦੇ ਵਿੱਚ ਨਾ ਸੁੱਖ ਦੇ ਵਿੱਚ, ਦੋਨਾਂ ਨੂੰ ਤੈਨੂੰ ਜਿਹੜਾ ਹੈਗਾ ਇਕੁਅਲੀ ਜਿਹੜਾ ਹੈਗਾ ਉਹਨਾਂ ਨੂੰ ਸਮ ਦ੍ਰਿਸ਼ਟੀ ਨਾਲ ਦੇਖਣਾ ਪੈਣਾ ਹੈ, ਔਰ ਦੋਨਾਂ ਦੇ ਵਿੱਚ ਤੈਨੂੰ ਭਗਤੀ ਕਰਨੀ ਪੈਣੀ ਹੈ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਇਹਦਾ ਕਾਰਨ ਇਹੋ ਹੀ ਆ ਕਿ ਵੈਸੇ ਇਹ ਨਹੀਂ ਆ ਕਿ ਤੁਹਾਨੂੰ ਏਦਾਂ ਦੁੱਖ ਨੂੰ ਦੁੱਖ ਨਾ ਮੰਨਣ ਨਾਲ, ਸੁੱਖ ਨੂੰ ਸੁੱਖ ਨਾ ਮੰਨਣ ਦੇ ਨਾਲ ਤੁਹਾਡੇ ਅੰਦਰ ਅਵਸਥਾ ਬਣਨੀ ਹੈ। ਇਹ ਜਿਹੜੀ ਅਵਸਥਾ ਹੈ ਇਹ ਬਾਈ ਪ੍ਰੋਡਕਟ ਤੁਹਾਡੇ ਅੰਦਰ ਬਣਨੀ ਹੈ। ਇਹਨੂੰ ਕਰਨ ਦੀ ਕੋਈ ਲੋੜ ਨਹੀਂ ਹੈ, ਕੁਛ ਵੀ ਨਹੀਂ ਕਰਨ ਦੀ ਲੋੜ। ਮੈਂ ਇਹ ਚੀਜ਼ ਦੱਸਣਾ ਚਾਹੁੰਦਾ, ਇਹ ਬਾਈ ਪ੍ਰੋਡਕਟ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ ਜੀ। ਨਥਿੰਗ। ਹਾਂ, ਕਿਤੇ ਖੁਦ ਨਾ ਕਰਨ ਚੱਲ ਜਿਓ। ਮੈਂ ਇਹ ਸਮਝਾਉਣਾ ਚਾਹੁੰਦਾ, ਇਹ ਪ੍ਰਮਾਤਮਾ ਦੇ ਵੱਲੋਂ ਤੁਹਾਨੂੰ ਤੋਹਫੇ ਮਿਲਣੇ ਆ। ਸੋ ਇਹਦੇ ਲਈ ਕੁਛ ਕਰਨ ਦੀ ਲੋੜ ਨਹੀਂ ਹੈ, ਇਹ ਆਪਣੇ ਆਪ ਹੀ ਤੁਹਾਡੇ ਅੰਦਰ ਆ ਜਾਣਾ। ਕੁਛ ਵੀ ਕਰਨ ਦੀ ਲੋੜ ਨਹੀਂ, ਤੁਸੀਂ ਕੇਵਲ ਨਿਰਵਿਚਾਰ ਹੋਣਾ, ਉਸ ਤੋਂ ਅੱਗੇ ਕੁਛ ਕਰਨ ਦੀ ਲੋੜ ਨਹੀਂ, ਬਾਕੀ ਆਪਣੇ ਆਪ ਹੀ ਸਭ ਕੁਛ ਹੁੰਦਾ ਹੈ। ਹਾਂਜੀ ਠੀਕ ਹੈ ਨਿਜਾ ਸਾਹਿਬ, ਪਹਿਲੀ ਤੁਕ ਬੋਲੋ। ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ, ਮਾਥੈ ਛਤਰ ਧਰੈ ਰਹਾਓ। ਹਾਂਜੀ ਬਿਲਕੁਲ ਠੀਕ ਹੈ ਜੀ। ਤੁਹਾਡੇ ਸਿਰ ਤੇ ਇਹਨੇ ਛਤਰ ਰੱਖ ਦੇਣ, ਚੇਤਨਾ ਦਾ ਛਤਰ, ਜਿਹੜਾ ਉੱਪਰਲਾ ਸਹਾਸਰਾ ਚੱਕਰ ਆ, ਕਰਾਉਣ ਚੱਕਰ ਜਿਹਨੂੰ ਕਹਿੰਦੇ ਆਪਾਂ ਲਾਸਟ, ਇਹ ਜਦੋਂ ਐਕਟੀਵੇਟ ਹੋ ਗਿਆ ਨਾ ਤੇ ਪੂਰਾ ਇੱਕ ਬਹੁਤ ਪਤਾ ਨਹੀਂ ਹਜ਼ਾਰਾਂ ਪੰਖੜੀਆਂ ਵਾਲਾ ਕਮਲ ਇੱਕ ਤੁਹਾਡੇ ਅੰਦਰ ਚੇਤਨਾ ਦਾ ਪ੍ਰਗਟ ਹੋ ਜਾਏ। ਔਰ ਜਦੋਂ ਪਰਮਾਤਮਾ ਛਤਰ ਰੱਖਦਾ ਹੈ ਤਾਂ ਸਭ ਤੋਂ ਪਹਿਲਾਂ ਵੱਡਾ ਛਤਰ ਜਿਹੜਾ ਪਰਮਾਤਮਾ ਕੋ ਦੇਣ ਵਾਸਤੇ ਹੈਗਾ, ਉਹ ਤੁਹਾਨੂੰ ਚੇਤਨਾ ਦਾ ਛਤਰ ਹੈ। ਚੇਤਨਾ ਦਾ ਮਤਲਬ ਕਿ ਤੁਹਾਨੂੰ ਆਪਣੇ ਚਰਨਾਂ ਚੋਂ ਲੈ ਲੈਂਦਾ, ਬਹੁਤ ਵੱਡੀ ਹੈ ਉਹ। ਹੋਰ ਪਰਮਾਤਮਾ ਪਦਾਰਥਾਂ ਜੇ ਆਪਾਂ ਸੋਚੀਏ ਨਾ ਸੰਸਾਰਿਕ ਪਦਾਰਥ ਮਿਲ ਜਾਣ ਤੇ ਉਹ ਪਰਮਾਤਮਾ ਦੀ ਬਲੈਸਿੰਗ ਨਹੀਂ ਹੈਗੀ। ਨਹੀਂ ਹੈਗੀ। ਪਰਮਾਤਮਾ ਦੀ ਬਲੈਸਿੰਗ ਇਹ ਆ ਬਿਲਕੁਲ ਤੁਹਾਨੂੰ ਚੇਤਨਾ ਦੇਣੀ, ਤੁਹਾਨੂੰ ਜਿੰਦਾ ਕਰ ਦੇਣਾ। ਹਾਂ, ਉਹ ਤਾਂ ਸੰਸਾਰਿਕ ਪਦਾਰਥ ਤਾਂ ਫਿਰ ਪਰਮਾਤਮਾ ਧੋਖਾ ਦੇ ਰਿਹਾ ਆਪਾਂ ਨੂੰ। ਜੇ ਸੰਸਾਰਿਕ ਪਦਾਰਥ ਦੇ ਰਿਹਾ, ਉਹ ਤਾਂ ਛਲ ਦੇ ਨਾਲ ਬਣਾਏ ਹੋਏ ਆ, ਉਹ ਤਾਂ ਮਾਇਆ ਪੰਜਾਂ ਤੱਤਾਂ ਦੀ ਰਚਨਾ, ਉਹ ਥੋੜੀ ਨਾ ਦੇਊਗਾ। ਉਹ ਸੱਚਾ ਬੰਦਾ ਜਿਹੜਾ ਆ ਝੂਠ ਦਊਗਾ ਆਪਾਂ ਨੂੰ, ਕਮਾਲ ਦੀ ਗੱਲ ਆ। ਨਹੀਂ ਹਾਂ, ਨਹੀਂ ਉਹ ਨਹੀਂ ਹੈ, ਪਰ ਏਦਾਂ ਆਪਾਂ ਸੋਚਦੇ ਹਾਂ। ਠੀਕ ਹੈ ਜੀ, ਅਗਲੀ ਤੁਕ ਬੋਲੋ ਨਿਜਰ ਸਾਹਿਬ। ਗਰੀਬ ਨਿਵਾਸ ਗੁਸਈਆ ਮੇਰਾ, ਮਾਥੈ ਛਤਰ ਧਰੈ ਰਹਾਓ, ਜਾਕੀ ਛੋਤ ਜਗਤ ਕੋ ਲਾਗੈ, ਤਾ ਪਰ ਤੂੰ ਹੀ ਢਰੈ। ਇਹਦੇ ਵਿੱਚ ਦੇਖ ਲਓ, ਕਹਿ ਰਿਹਾ ਕਿ ਕੋਈ ਨੀਵੀਂ ਜਾਤ ਦਾ, ਕੋਈ ਉੱਚੀ ਜਾਤ ਦਾ। ਐਗਜ਼ਾਮਪਲ ਦੇ ਰਿਹਾ ਆਪਣਾ ਵੀ ਮੇਰੇ ਤੋਂ ਤਾਂ ਲੋਕੀ ਦੂਰ ਦੂਰ ਭੱਜਦੇ ਸੀਗੇ। ਮੇਰਾ ਤਾਂ ਟੱਚ ਹੁੰਦਾ ਸੀ, ਅਗਲੇ ਜਿਹੜੇ ਹੈਗੇ ਕਿੰਨਾ ਜਿਹੜੇ ਗਾਲਾਂ ਕੱਢਦੇ ਸੀਗੇ ਔਰ ਨਹਾਉਂਦੇ ਸੀਗੇ। ਜਾਂ ਕਿ ਛੋਤ ਜਗਤ ਕੋ ਲਾਗੈ, ਤਾਂ ਪਰ ਤੂੰ ਹੀ ਢਰੈ। ਤੂੰ ਹੀ ਤੈਨੂੰ ਤਰਸ ਆਇਆ, ਤਾਂ ਹੀ ਤਾਂ ਤੂੰ ਗਰੀਬ ਨੂੰ, ਮੇਰੇ ਵਰਗੇ ਨੀਚ ਨੂੰ ਜਿਹੜਾ ਹੈਗਾ, ਨੀਵੀਂ ਕੁਲ ਵਾਲੇ ਨੂੰ ਜਿਹੜਾ ਹੈਗਾ ਨਿਵਾਸ ਦਿੱਤਾ। ਮਾਲਕਾ ਨੀਚੇ ਉੱਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰਾ। ਕਹਿੰਦੇ ਤੂੰ ਥੋੜੀ ਨਾ ਡਰਦਾ, ਮਾਲਕ ਥੋੜੀ ਨਾ ਡਰਦਾ, ਉਹ ਤਾਂ ਨੀਵੇਂ ਨੂੰ ਉੱਚਾ ਕਰ ਦਿੰਦਾ ਭਾਈ, ਨੀਵੇਂ ਨੂੰ ਉੱਚਾ ਕਰ ਦਿੰਦਾ। ਹਾਂਜੀ ਵੀਰ ਜੀ ਠੀਕ ਹੈ ਜੀ। ਕਹਿੰਦੇ ਜਾ ਕੀ ਛੋਟ ਜਗਤ ਕੋ ਲਾਗੇ, ਤੋਤ ਤਾਂ ਪਰ ਤੂੰ ਹੀ ਢਰੈ। ਹਾਂ, ਤੂੰ ਜਿਹੜਾ ਹੈਗਾ ਤਰਸ ਆ ਜਾਂਦਾ ਤੈਨੂੰ, ਤੂੰ ਜਿਹੜਾ ਹੈਗਾ ਨਰਮ ਹੋ ਜਾਣਾ, ਢਲ ਪੈਣਾ ਹੈ ਤੂੰ। ਹਾਂ ਠੀਕ ਹੈ ਜੀ। ਹੁਣ ਉਹ ਕਹਿੰਦੇ ਕਿ ਪ੍ਰਮਾਤਮਾ ਆਪਣੇ ਜਿਹੜਾ ਵੀ ਆ ਕੁਛ ਕਾਨੂੰਨ ਹੈ ਉਹਨਾਂ ਨੂੰ ਬਦਲ ਕਰ ਦਿੰਦੇ ਨੇ। ਫਿਰ ਉਸ ਤੋਂ ਬਾਅਦ ਕਹਿੰਦੇ ਨੀਚੇ ਉੱਚ ਕਰੇ ਮੇਰੇ ਗੋਬਿੰਦ। ਤੇ ਉਹ ਫਿਰ ਉਹ ਨੀਚਾ, ਜਿਹੜਾ ਨੀਚ ਹੁੰਦੇ ਬੰਦੇ, ਨੀਚ ਮਤਲਬ ਥੱਲੇ ਨੀਚ ਕਹਿ ਲਓ ਜਾਂ ਨੀਵਾਂ ਕਹਿ ਲਓ, ਕੁਛ ਵੀ ਕਹਿ ਲਓ, ਦੋਨਾਂ ਤਰਫੀ ਨੀਵਾਂ। ਤੇ ਫਿਰ ਕੀ ਕਰਦਾ ਹੈ ਪਰਮਾਤਮਾ ਨੂੰ ਗੋਬਿੰਦ ਕਿਹੜਾ ਉੱਚਾ ਵੀ ਚੁੱਕ। ਹਾਂ, ਇਹਦੇ ਵਿੱਚ ਇਹ ਨਹੀਂ ਹੈਗਾ ਕਿ ਜਿਹੜਾ ਹੈਗਾ ਵੀ ਅਮੀਰ ਬੰਦੇ ਹੈਗੇ, ਜਿਹੜੇ ਉੱਚੀ ਜਾਤ ਵਾਲੇ ਹੈਗੇ, ਉਹ ਨਹੀਂ, ਉਹਨਾਂ ਨੂੰ ਨਹੀਂ ਚੁੱਕੂਗਾ। ਇਹਦੇ ਵਿੱਚ ਕਹਿੰਦੇ ਦੇਖ ਤੂੰ ਨੀਵੇਂ ਤੋਂ ਨੀਵੇਂ ਨੂੰ ਚੁੱਕ ਰਿਹਾ ਹੈ ਤੇ ਉੱਚੀ ਨੂੰ ਤਾਂ ਚੁੱਕਣਾ ਹੀ ਚੁੱਕਣਾ। ਉਹਦੇ 'ਚ ਜਾਤ ਦਾ ਤਾਂ ਕੋਈ ਸਵਾਲ ਹੀ ਨਹੀਂ ਹੈਗਾ। ਹਾਂਜੀ ਵੀਰ ਜੀ। ਹਾਂ, ਨੀਚ ਦਾ ਮਤਲਬ ਹੈਗਾ ਕਿ ਕੋਈ ਬੰਦਾ ਜਿਹੜਾ ਆਤਮਿਕ ਤੱਤ ਤੋਂ ਦੂਰ ਚਲਾ ਗਿਆ, ਉਹਨੂੰ ਮਨ ਨੀਵਾਂ ਮਤ ਉੱਚੀ, ਮਨ ਤੋਂ ਨੀਵਾਂ ਨਿਮਰਤਾ। ਹਾਂ, ਜਿਹੜਾ ਬੰਦਾ ਦੇਖੋ ਨੀਵਾਂ ਕੌਣ ਹੈ? ਨੀਵਾਂ ਉਹ ਜਿਹੜਾ ਆਪਣੇ ਜੀਵਨ ਦਾ ਮਕਸਦ ਭੁੱਲ ਗਿਆ। ਨਿਰਧਨ ਕਿਹਨੂੰ ਕਿਹਾ ਗਿਆ? ਨਿਰਧਨ ਉਹ ਬੰਦਾ ਨਹੀਂ ਹੈ ਜਿਹਦੇ ਕੋਲ ਪੈਸੇ ਨਹੀਂ ਹਨ। ਨਿਰਧਨ ਮਤਲਬ ਉਹ ਬੰਦਾ ਹੈ ਜਿਹਦੇ ਕੋਲ ਮੁੱਖ ਦਾ ਇਨਸਾਨ ਦਾ ਸਰੀਰ ਹੈ, ਪਰ ਪਰਮਾਤਮਾ ਨਾਮ ਦੀ ਕੋਈ ਚੀਜ਼ ਉਹਦੇ ਜੀਵਨ 'ਚ ਹੈ ਨਹੀਂ। ਸਭ ਤੋਂ ਗਰੀਬ ਇਨਸਾਨ।
ਭਗਤੀ ਹੈ ਨਹੀਂ ਗੀ ਬਸ। ਇੱਥੇ ਵੀ ਨੀਵੇਂ ਦੀ ਮਤਲਬ ਇਹੋ ਹੀ ਹੈ ਕਿ ਜਿਹੜਾ ਇਨਸਾਨ ਪੈਸੇ ਦੇ ਤੌਰ ਤੇ ਗਰੀਬ ਨਹੀਂ ਆ, ਜਿਹੜਾ ਅਧਿਆਤਮਿਕ ਤੌਰ ਤੇ ਗਰੀਬ ਹੈ। ਬਸ ਬਿਲਕੁਲ, ਜਿਹਦੇ ਕੋਲ ਭਗਤੀ ਹੈ ਨਹੀਂ, ਨਾਮ ਹੈ ਨਹੀਂਗਾ, ਧਿਆਨ ਸਿਮਰਨ ਹੈ ਨਹੀਂਗਾ, ਉਹ ਹੈਗਾ ਗਰੀਬ ਭਾਈ। ਹਾਂ, ਸਭ ਤੋਂ ਗਰੀਬ ਬੰਦਾ ਹੋਊਗਾ। ਤੇ ਇਹ ਨਾ ਸੋਚ ਲਿਓ ਕਿ ਜਿਹਦੇ ਕੋਲ ਪੈਸੇ ਨਹੀਂ ਹੈਗੇ ਉਹ ਬੰਦਾ ਗਰੀਬ ਹੈ। ਜੇ ਏਦਾਂ ਦੀ ਗੱਲਾਂ ਹੁੰਦੀਆਂ ਤੇ ਕਬੀਰ ਜੀ ਉਹ ਕਹਿ ਦਿੰਦੇ ਕਿ ਅਸੀਂ ਤੇ ਕਾਫੀ ਗਰੀਬ ਹੈ। ਉਹ ਆਤਮਿਕ ਤੌਰ ਤੇ ਬਹੁਤ ਅਮੀਰ ਨੇ, ਫਿਜ਼ੀਕਲੀ ਜਿਹੜਾ ਉਹਨਾਂ ਕੋਲ ਜ਼ਿਆਦਾ ਮਤਲਬ ਨਹੀਂ ਸੀ ਰਿਸੋਰਸਸ, ਤੇ ਪਰ ਉਹ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਕੋਲ ਕੀ ਹੈ। ਕਹਿ ਕਬੀਰ ਨਿਰਧਨ ਹੈ ਸੋਈ ਜਿਨਕੇ ਹਿਰਦੇ ਨਾਮ ਨਾ ਹੋਈ। ਹਾਂਜੀ, ਸੋ ਇੱਥੇ ਆਪਾਂ ਕਹਿ ਲਈਏ ਕਿ ਜਿੱਦਾਂ ਮਤਲਬ ਬੰਦਾ ਜਿਹੜਾ ਗਰੀਬ ਉਹ ਹੁੰਦਾ ਵਾ ਜਿਹਦੇ ਜੀਵਨ ਦੇ ਵਿੱਚ ਪਰਮਾਤਮਾ ਨਾਮ ਦੀ ਕੋਈ ਸ਼ਕਤੀ ਨਹੀਂ, ਜਿਹੜਾ ਇੱਕ ਕਰਮਕਾਂਡੀ ਹੈ ਔਰ ਕੇਵਲ ਕਰਮਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰ ਰਿਹਾ, ਔਰ ਜਿਹਨੂੰ ਨਹੀਂ ਪਤਾ ਕਿ ਪਰਮਾਤਮਾ ਕੀ ਹੈ, ਇਹ ਬ੍ਰਹਮ ਕੀ ਹੈ, ਮੈਂ ਕੀ ਹਾਂ, ਮੇਰਾ ਮਨ ਕੀ ਹੈ, ਮੇਰੀ ਬੁੱਧੀ ਕੀ ਹੈ, ਮੇਰਾ ਚਿੱਤ ਕੀ ਹੈ, ਔਰ ਮੈਂ ਇੱਥੇ ਕਰਦਾ ਕੀ ਫਿਰਦਾ। ਤੇ ਗੁਰਕੀ ਹਾਂ, ਇੱਕ ਚੀਜ਼ ਹੋਰ ਦੱਸ ਦਿੰਨੇ, ਇੱਕ ਚੀਜ਼ ਹੋਰ ਹੈਗੀ ਆ ਗੁਰਕੀ ਸਾਹਿਬ, ਦੇਖੋ ਕਿ ਜਦ ਮਾਲਕ ਪਰਮਾਤਮਾ ਨੇ ਜਿਹੜਾ ਹੈਗਾ ਚੇਤਨਾ ਦਾ ਛਤਰ ਉਹਦੇ ਸਿਰ ਦੇ ਉੱਤੇ ਲਿਆਂਦਾ ਮਾਲਕ ਪਰਮਾਤਮਾ ਨੇ, ਤੇ ਉਹ ਜਿਹੜਾ ਹੈਗਾ ਪ੍ਰਕਿਰਤੀ ਦੀ ਕੈਦ ਚੋਂ ਬਾਹਰ ਆ ਗਿਆ, ਤੇ ਕੀ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਉਸ ਇਨਸਾਨ ਨੂੰ ਜਿਹੜਾ ਹੈਗਾ ਦੁਨਿਆਵੀ ਤੌਰ ਦੇ ਉੱਤੇ ਜਿਹੜਾ ਹੈਗਾ ਉਹਨੂੰ ਤੰਗ ਰੱਖੂਗਾ ਮਾਲਕ ਪਰਮਾਤਮਾ? ਇਹ ਕੋਈ ਐਸਾ ਆਪਾਂ ਸੋਚ ਸਕਦੇ ਹਾਂ ਇਸ ਤਰ੍ਹਾਂ ਵੀ ਉਹਨੂੰ ਕਿਸੇ ਪਾਸਿਓਂ ਜਿਹੜਾ ਦੁਨਿਆਵੀ ਤੌਰ 'ਚ ਕੋਈ ਕਮੀ ਆ ਜਾਏਗੀ ਉਹਨੂੰ? ਹਾਂਜੀ ਵੀਰ ਜੀ। ਨਹੀਂ ਨਿੱਜਰ ਸਾਹਿਬ, ਨਹੀਂ, ਉਹਨੂੰ ਕੀ ਕਮੀ ਆਉਣੀ ਹੈ, ਕਿਉਂਕਿ ਉਹ ਵੈਸੇ ਵੀ ਉਹ ਇੱਕ ਬਹੁਤ ਵਧੀਆ ਅਵਸਥਾ 'ਚ ਪ੍ਰਵੇਸ਼ ਕਰ ਚੁੱਕੇ ਨੇ ਤੇ ਸੰਸਾਰ ਦੀਆਂ ਸਹੂਲਤਾਂ ਤੇ ਉਹਨੂੰ ਮਿਲਣੀਆਂ ਨੇ। ਬਿਲਕੁਲ। ਤੇ ਇਹ ਜੀ ਹਾਂਜੀ ਹਾਂਜੀ ਵੀਰ ਜੀ, ਹਾਂਜੀ, ਇਹ ਰਵਿਦਾਸ ਜੀ ਇਸ ਚੀਜ਼ ਦਾ ਤੁਹਾਡੀ ਵਾਲੀ ਗੱਲ ਨੂੰ ਜਿਸ ਕਰਦੇ ਨੇ, ਅਸ਼ਟ ਦਸ਼ਾ ਸਿੱਧ ਕਰਤਲੇ ਸਭ ਕਿਰਪਾ ਤੁਮਾਰੀ। ਆਹਾ, ਕੀ ਬਾਤ ਹੈ, ਕੀ ਬਾਤ ਹੈ। ਬਿਲਕੁਲ ਠੀਕ ਹੈ ਜੀ, ਇਹੀ ਰਵਿਦਾਸ ਜੀ ਇਹਨਾਂ ਦਾ ਹੀ ਸ਼ਬਦ ਹੈਗਾ, ਇਹਨਾਂ ਦਾ ਹੀ ਸ਼ਬਦ ਖੋਲ ਰਹੇ ਆਪਾਂ। ਹਾਂਜੀ ਵੀਰ ਜੀ, ਬਿਲਕੁਲ ਠੀਕ ਹੈ ਜੀ। ਅਗਲੇ ਬੰਨੇ ਬੋਲੋ ਜੀ, ਭਗਤ ਨਾਮਦੇਵ, ਕਬੀਰ, ਤ੍ਰਿਲੋਚਨ, ਸਤਨਾ ਸੈਨ ਤਰੇ। ਹੁਣ ਦੇਖੋ ਆਪ ਕਿੰਨੇ ਬ੍ਰਹਮ ਗਿਆਨੀ, 3-4 ਬ੍ਰਹਮ ਗਿਆਨੀ ਇਕੱਠੇ ਬੋਲ ਗਏ ਨੇ। ਨਾਮਦੇਵ ਦਾ ਨਾਮ ਲਿਆ, ਕਬੀਰ ਦਾ ਨਾਮ ਲਿਆ, ਤ੍ਰਿਲੋਚਨ ਦਾ ਨਾਮ ਲਿਆ, ਸਦਨਾ ਜੀ, ਸੈਨ ਜੀ ਦਾ ਨਾਮ ਲਿਆ। ਦੇਖੋ 1 2 3 4 5। ਇਹਦਾ ਮਤਲਬ, ਹਾਂ, ਇਹਦਾ ਮਤਲਬ ਕਿ ਇਹ ਸਮਕਾਲੀ ਹੋਏ ਨੇ। ਹਾਂ, ਤੇ ਉਹ ਇਹਨਾਂ ਦਾ ਫਿਰ ਨਾ ਹੋਊਗਾ, ਕਿਉਂਕਿ ਆਪ ਜਸਟ ਦੇਖੋ, ਅੱਜ ਤੇ ਚਲੋ ਆਪਣੇ ਕੋਲ ਮੀਡੀਆ ਹੈਗਾ ਤੇ ਆਪਾਂ ਕਾਫੀ ਦੂਰ ਦੀ ਇਨਫੋਰਮੇਸ਼ਨ ਇਕੱਠੀ ਕਰ ਸਕਦੇ ਹਾਂ, ਪਰ ਉਸ ਜ਼ਮਾਨਿਆਂ ਦੇ ਵਿੱਚ ਬਹੁਤ ਘੱਟ ਰਿਸੋਰਸ ਸਨ ਤੇ ਲੋਕ ਬਹੁਤ ਦੂਰ ਦੂਰ ਰਹਿੰਦੇ ਸਨ। ਤੇ ਵੇਖ ਲਓ, ਇੰਨੀ ਦੂਰ ਹੋਣ ਦੇ ਬਾਵਜੂਦ ਇਹਨਾਂ ਨੂੰ ਪਤਾ, ਵੀਰ ਜੀ ਜਿਹਦਾ ਪਤਾ। ਗੋਰਖੀ ਸਾਹਿਬ, ਇੱਕ ਹੋਰ ਮੇਰੇ ਦਿਮਾਗ 'ਚ ਗੱਲ ਆ ਰਹੀ ਹੈ ਬਈ, ਦੇਖੋ ਉਸ ਜ਼ਮਾਨੇ ਦੇ ਵਿੱਚ ਜਿਹੜਾ ਹੈਗਾ, ਉਦੋਂ ਜਿਹੜਾ ਹੈਗਾ ਮਾਇਆ ਇੰਨੀ ਜ਼ਿਆਦਾ ਡਿਵੈਲਪਮੈਂਟ ਨਹੀਂ ਸੀ ਗਿਆ, ਇੰਨੀਆਂ ਸੁਵਿਧਾਵਾਂ ਔਰ ਇੰਨੀ ਜਿਹੜੀ ਹੈਗੀ ਆ ਸਾਰੀ ਜਿਹੜੀ ਹੈਗੀ ਤਰੱਕੀ ਨਹੀਂ ਹੋਈ ਸੀਗੀ, ਔਰ ਇੰਨੀ ਜਿਹੜੀ ਹੈਗੀ ਝੂਠ ਠੱਗੀ ਜਿਹੜੀ ਹੈਗੀ ਇੰਨੇ ਹਾਈ ਲੈਵਲ ਦੇ ਉੱਤੇ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਵਰਤਾਰਾ ਨਹੀਂ ਸੀਗਾ। ਤੇ ਉਸ ਟਾਈਮ ਦੇ ਵਿੱਚ ਸਮਕਾਲੀ ਜਿਹੜੇ ਹੈਗੇ ਭਗਤ 5 ਸਮਕਾਲੀ ਹੋਏ ਆ, ਤੇ ਹੁਣ ਜਿਹੜੇ ਹੈਗੇ ਆ ਇਸ ਟਾਈਮ ਜਿਹੜਾ ਹੈ ਜਦ ਇੰਨੀ ਜ਼ਿਆਦਾ ਜਿਹੜੀ ਹੈਗੀ ਆ ਤਰਾਈ ਹੋ ਰਹੀ ਆ ਮਾਇਆ ਦੇ ਵਿੱਚ, ਪੂਰੀ ਗਲਤਾਨ ਆ ਲੋਕੀ ਕਿ ਇਸ ਟਾਈਮ ਸਮਕਾਲੀ ਨਹੀਂ ਹੋਣਗੇ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਹੁੰਦਾ ਬੰਦਾ ਬ੍ਰਹਮ ਗਿਆਨੀ ਤੇ ਪੱਕੇ ਹੁੰਦੇ ਆ, ਹਾਂ, ਉਹਦਾ ਧਰਤੀ ਤੇ ਖਤਮ ਹੋ ਜਾਏਗੀ, ਨਸ਼ਟ ਹੋ ਜਾਏਗੀ ਸਾਰੀ ਧਰਤੀ, ਜੇਕਰ ਧਰਤੀ ਤੇ ਬ੍ਰਹਮ ਗਿਆਨੀ ਨਾ ਹੋਇਆ। ਕਿਉਂਕਿ ਜ਼ਰੂਰੀ ਹੈ ਉਹ ਦੀਪਕ ਨੂੰ ਜਗਾਏ ਰੱਖਣ ਲਈ ਕੁਛ ਨਾ ਕੁਛ ਤੇ ਚਾਹੀਦਾ ਹੀ ਨਾ। ਇਹ ਥੋੜੀ ਨੂੰ ਬਲੈਕ ਆਊਟ ਹੀ ਕਰਕੇ ਬਹਿ ਜਾਈਏ। ਬਲੈਕ ਆਊਟ ਪ੍ਰਕਿਰਤੀ ਨੇ ਤੇ ਬੈਲੈਂਸ ਕਰਕੇ ਰੱਖਣਾ ਹੈ ਨਾ। ਬਿਲਕੁਲ, ਪ੍ਰਕਿਰਤੀ ਵੀ ਨਹੀਂ ਚਾਹੁੰਦੀ ਕਿ ਸਾਰਾ ਗੰਦ ਮੱਚ ਜੇ। ਇੱਕ ਤਰਫ ਪ੍ਰਕਿਰਤੀ ਚਾਹੁੰਦੀ ਆ ਕਿ ਠੀਕ ਹੈ, ਤੂੰ ਮੇਰੇ ਕਿਤੇ ਘੁੰਮੀ ਜਾ, ਪਰ ਇੱਕ ਸਮਾਂ ਆਊਗਾ ਤੁਸੀਂ ਨਹੀਂ ਬਾਹ ਜਾਓਗੇ, ਪ੍ਰਕਿਰਤੀ ਤੁਹਾਡੇ ਕੋਲ ਸ਼ਕਤੀ ਖੋਲੇਗੀ। ਉਹਨਾਂ ਚਿਰ ਤੱਕ ਤੁਹਾਨੂੰ ਮਾਫ ਕਰਦੀ ਜਾਂਦੀ ਜਦ ਤੱਕ ਤੁਹਾਡੇ ਕੋਲ ਪੁੰਨ ਆ, ਪਰ ਜਦੋਂ ਤੁਹਾਡੇ ਪੁੰਨ ਖਤਮ ਹੋ ਗਏ ਫਿਰ ਸਾਰੀ ਸ਼ਕਤੀ ਤੁਹਾਡੇ ਕੋਲ ਖੋਲ ਲੈਣੀ। ਨਾਲੇ ਇਸ ਤਰ੍ਹਾਂ ਵੀ ਹੈਗਾ, ਇਹ ਜਿਹੜਾ ਹੈਗਾ ਇਨਸਾਨ ਜਿਹੜਾ ਅਵਗੁਣ ਕਰਦਾ ਨਾ, ਅਵਗੁਣ ਕਰਦਾ ਕਹਿੰਦਾ ਕਿਸੇ ਨੂੰ ਪਤਾ ਨਹੀਂ ਲੱਗ ਰਿਹਾ, ਕਿਸੇ ਨੂੰ ਪਤਾ ਨਹੀਂ ਲੱਗ ਰਿਹਾ। ਇੱਕ ਸਮਾਂ ਆਉਂਦਾ ਸਾਰੇ ਦੇ ਸਾਰੇ ਟੋਟਲ ਜਿਹੜਾ ਹੈਗਾ ਤੁਹਾਡੇ ਉੱਪਰ ਆ ਕੇ ਔਰ ਡਿਸਪਲੇ ਹੋ ਜਾਂਦੇ ਸਾਰਿਆਂ ਨੂੰ। ਹਾਂਜੀ ਵੀਰ ਜੀ। ਹਾਂਜੀ ਨਿੱਜਰ ਸਾਹਿਬ, ਉਹ ਚੀਜ਼, ਹਾਂਜੀ ਬਿਲਕੁਲ ਸਹੀ ਹੈ। ਹਾਂਜੀ ਅੱਗੇ ਬੋਲੋ ਨਿੱਜਰ ਸਾਹਿਬ। ਹਾਂ,
ਨਾਮਦੇਵ ਕਬੀਰ ਤਿਲੋਚਨ ਸਦਨਾ ਸੈਨ ਤਰੈ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜਿਉ ਤੇ ਸਭੈ ਸਰੇ। ਰਵਿਦਾਸ ਜੀ ਬੇਨਤੀ ਕਰ ਰਹੇ ਭਾਈ ਸੰਤ ਜੀ ਸੁਣ ਲਓ, ਅਭਿਆਸੀਓ ਬ੍ਰਹਮ ਗਿਆਨੀਓ ਦੇ ਬਣਨ ਵਾਲੇ ਰਸਤੇ ਤੇ ਤੁਰਨ ਵਾਲਿਓ ਸੁਣ ਲਓ, ਮਾਲਕ ਪਰਮਾਤਮਾ ਤੋਂ ਸਾਰਾ ਕੁਝ ਸਰਦਾ ਹੈ, ਉਹ ਕਰਤਾ ਹੈਗਾ, ਆਪਾਂ ਕਿਰਤ ਹੈਗੇ ਹਾਂ। ਹਾਂਜੀ ਵੀਰ ਜੀ। ਹੁਣ ਦੇਖੋ ਸਧਾਰਨ ਬੰਦੇ ਨੂੰ ਨਹੀਂ ਕਹਿ ਰਹੇ, ਕਹਿੰਦੇ ਕਹਿ ਰਵਿਦਾਸ ਸੁਨੋ ਰੇ ਸੰਤੋ ਹਰ ਜੀਓ ਤੇ ਸਭ ਤਰੇ ਸਭ ਸਰੇ। ਤੇ ਵੇਖ ਲਓ ਉਹ ਇੱਕ ਸੰਤਾਂ ਨੂੰ ਕਹਿ ਰਹੇ ਨੇ ਕਿ ਉਹ ਪ੍ਰਮਾਤਮਾ ਹੀ ਜਿਹੜਾ ਹੈ ਉਹ ਪਾਵਰ ਹੈ, ਉਹੀ ਸਾਰਾ ਕਰਦਾ ਹੈ। ਇੱਥੋਂ ਤੱਕ ਕਿ ਪ੍ਰਕਿਰਤੀ ਵੀ ਜਿਹੜੀ ਆ ਪ੍ਰਮਾਤਮਾ ਦਾ ਹੀ ਇਹ ਮਤਲਬ ਇੱਕ ਰੂਪ ਹੈ, ਉਹਦਾ ਕਿਆ ਮੰਨਦੀ ਹੈ, ਜਿੱਦਾਂ ਉਹਨੇ ਸੈਟਿੰਗ ਕੀਤੀ ਆ ਉਦਾਂ ਹੀ ਚੱਲ ਰਿਹਾ। ਬਿਲਕੁਲ ਬਾਣੀ ਚ ਵੀ ਆਉਂਦਾ ਜਿਵੇਂ ਹੁਕਮ ਤਿਵੇਂ ਚਲਾਵੇ। ਜੀ ਹਾਂ, ਜਿੱਦਾਂ ਦਾ ਹੁਕਮ ਹੈਗਾ ਜਿਵ ਜੀ ਹੁਕਮ ਤਿਵੈ ਤਿਵਕਾਰ। ਹਾਂਜੀ ਵੀਰ ਜੀ। ਹਾਂ ਜਿਵੇਂ ਜਿੱਦਾਂ ਦਾ ਉਹਦਾ ਜਿਵੇਂ ਹੁਕਮ ਤਿਵੇਂ ਹੀ ਹੋਣਾ। ਹਾਂ ਇੱਕ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਬਾਣੀ ਚ ਲਿਖਿਆ ਕਿ ਜਿੱਦਾਂ ਦਾ ਹੁਕਮ ਹੈਗਾ, ਹੁਕਮੇ ਅੰਦਰ ਸਭ ਕੁਝ ਮਤਲਬ A to Z ਹੀ ਉਹਦੇ ਹੁਕਮ ਚ ਆ। ਬਿਲਕੁਲ ਸਹੀ ਗੱਲ ਹੈ। ਹਾਂ ਔਰ ਉਹ ਦੇਖੋ ਜਿਹਦੇ ਹੁਕਮ ਚ ਆ ਉਹਦਾ ਕੋਈ ਰੂਪ ਨਹੀਂ। ਇਹ ਜਸਟ ਸੋਚੋ ਆਪ, ਕੋਈ ਆਕਾਰ ਨਹੀਂ ਹੈ, ਪਰ ਉਹ ਚੇਤਨ ਹੋ ਕੇ ਕਿੱਦਾਂ ਵੇਖੋ ਇਸ ਜੜ ਪ੍ਰਕਿਰਤੀ ਤੇ ਇੱਕਦਮ ਕੰਟਰੋਲ ਕਰਕੇ ਰੱਖਿਆ ਹੋਇਆ ਹੈ ਔਰ ਬਿਲਕੁਲ ਉਹਦੇ ਸਿਸਟਮ ਨਾਲ ਚੱਲ ਰਿਹਾ ਹੈ। ਤੁਹਾਨੂੰ ਲੱਗ ਰਿਹਾ ਕਿ ਇੱਥੇ ਇੰਝ ਹੋ ਗਿਆ ਉੱਥੇ ਉਂਝ ਹੋ ਗਿਆ, ਅਸਲ ਦੇ ਵਿੱਚ ਜਿਹੜੀਆਂ ਵੀ ਚੀਜ਼ਾਂ ਵਾਪਰ ਰਹੀਆਂ ਨੇ ਉਹਨਾਂ ਦੇ ਪਿੱਛੇ ਰੀਜ਼ਨ ਹੈਗੇ ਨੇ, ਉਹਨਾਂ ਦੇ ਪਿੱਛੇ ਕਾਰਨ ਨੇ। ਬਹੁਤ ਲੰਬੀ ਹਿਸਟਰੀ ਆ ਪਰ ਸਾਨੂੰ ਪਤਾ। ਠੀਕ ਹੈ ਜੀ, ਅੱਗੇ ਚੱਲੀਏ। ਹਾਂਜੀ, ਇਹਦੇ ਵਿੱਚ ਇੱਕ ਹੋਰ ਚੀਜ਼ ਹੈ ਗੋਰਖੀ ਸਾਹਿਬ, ਉਹ ਮਾਲਕ ਪਰਮਾਤਮਾ ਦੇਖੋ ਦੁਨਿਆਵੀ ਬਾਦਸ਼ਾਹ ਹੈਗੇ ਤੇ ਦੁਨਿਆਵੀ ਬਾਦਸ਼ਾਹ ਕਿੰਨਾ ਆਪਣੇ ਆਪ ਨੂੰ ਜਤਾਉਂਦੇ ਆ, ਕਿੰਨਾ ਆਪਣੇ ਆਪ ਨੂੰ ਸਾਰਾ ਜਿਹੜਾ ਹੈਗਾ ਪੂਰਾ ਸ਼ੋਅ ਕਰਦੇ ਆ। ਔਰ ਉਹ ਮਾਲਕ ਪਰਮਾਤਮਾ ਜਿਹਦੇ ਹੁਕਮ ਦੇ ਵਿੱਚ ਸਾਰੀ ਸ੍ਰਿਸ਼ਟੀ ਚੱਲ ਰਹੀ ਆ, ਉਹ ਜਿਹੜਾ ਹੈਗਾ ਉਹ ਆਪਣੇ ਆਪ ਨੂੰ ਜ਼ਾਹਿਰ ਹੀ ਨਹੀਂ ਕਰਦਾ। ਹਾਂਜੀ ਹਾਂਜੀ ਨਿੱਜਾ ਸਾਹਿਬ, ਉਹਨੂੰ ਉਹ ਜ਼ਾਹਿਰ ਕੀ ਕਰੇ, ਉਹ ਆਖਰੀ ਬਿੰਦੂ ਆ। ਉਹਨੂੰ ਦੇਖੋ, ਉਹਨੂੰ ਜਾਣਨ ਦੇ ਲਈ ਨਾ ਨਿੱਜਰ ਸਾਹਿਬ ਤੁਹਾਨੂੰ ਇੱਥੇ ਬਹੁਤ ਇਸ ਸੰਸਾਰ ਤੋਂ ਅੱਗੇ ਲੰਘਣਾ ਪੈਣਾ, ਇਹਨਾਂ 5 ਤੱਤਾਂ ਤੋਂ ਅੱਗੇ ਲੰਘਣਾ ਪੈਣਾ, ਰਜੋ ਤਮੋ ਸਤੋ ਤੋਂ ਅੱਗੇ ਲੰਘਣਾ ਪੈਣਾ, ਗਿਆਨ ਇੰਦਰੀਆਂ ਕਰਮ ਇੰਦਰੀਆਂ ਤੋਂ ਅੱਗੇ ਲੰਘਣਾ ਪੈਣਾ, ਫਿਰ ਜਾ ਕੇ ਕੋਈ ਬੰਦਾ ਬ੍ਰਹਮ ਨੂੰ ਜਾਣਦਾ ਹੈ। ਉਹਦਾ ਜੇ ਕੋਈ ਕਹੀਏ ਨਾ ਬ੍ਰਹਮ ਨਾਮ ਦੀ ਕੋਈ ਚੀਜ਼ ਜੇਕਰ ਲੱਭਦੀ ਹੈ, ਕੱਲ ਨੂੰ ਕੁਛ ਮਸ਼ੀਨ ਦੱਸ ਦੇ, ਕੋਈ ਸਬੂਤ ਦੇ ਜੇ, ਇੱਕ ਇਹਨੂੰ ਪਤਾ ਨਹੀਂ ਲੱਗਣਾ। ਕਿਉਂਕਿ ਸੰਸਾਰ ਦੀ ਜਿਹੜੀ ਪਹੁੰਚ ਹੈ ਨਾ, ਉਹਦੀ ਜੜ ਤੱਕ ਆ। ਜੜ ਦੇ ਵਿੱਚ ਕੀ ਹੈ? ਇਹ 5 ਤੱਤ ਹੈਗੇ ਆ। 5 ਤੱਤਾਂ ਬਾਰੇ ਤੁਸੀਂ ਦੱਸ ਸਕਦੇ ਜੋ, ਜੋ ਸ਼ਕਤੀ 5 ਤੱਤਾਂ ਤੇ ਨਹੀਂ ਹੈਗੀ, ਤੁਹਾਡੀ ਇੰਦਰੀਆਂ ਉਹਦੇ ਬਾਰੇ ਦੱਸ ਹੀ ਨਹੀਂ ਸਕਦੀ। ਇਸੇ ਕਰਕੇ ਇਹ ਬ੍ਰਹਮ ਦੇ ਵਿੱਚ ਸਾਇੰਟਿਸਟ ਕਿਉਂ ਨਹੀਂ ਇੰਟਰਸਟ ਲੈਂਦਾ? ਕਿਉਂਕਿ ਉਹ ਇੰਦਰੀਆਂ ਦਾ ਵਿਸ਼ਾ ਨਹੀਂ ਹੈ। ਉਹਨੂੰ ਇੰਦਰੀਆਂ ਚ ਕਿੱਥੋਂ ਫੜੋਗੇ? ਉਹ ਤੇ ਚੇਤਨਾ ਹੈ। ਬਿਲਕੁਲ ਦੁਨਿਆਵੀ ਸਾਇੰਸ ਦੇ ਰੂਲ ਨਹੀਂ ਚੱਲਦੇ ਉਸ ਜਗ੍ਹਾ ਤੇ। ਸਪਿਰਿਚੁਅਲ ਲਾਸ ਦੇ ਆਰ ਡਿਫਰੈਂਟ ਦੈਨ ਦੀ ਅਰਥਨ ਲਾਸ। ਹਾਂ ਬਿਲਕੁਲ। ਹਾਂ, ਇਹ ਜਿੰਨੀ ਵੀ ਫਿਲਾਸਫੀ ਹੋਈ ਹੈ, ਜਿੰਨੇ ਵੀ ਗ੍ਰੰਥ ਰਚੇ ਗਏ ਨੇ, ਇਹ ਕੇਵਲ ਉਹਨਾਂ ਲਈ ਇੱਕ ਕਲਪਨਾ ਹੈ। ਪਰ ਉਹ ਇਹ ਦੇਖੋ, ਉਹ ਇਹ ਨਹੀਂ ਸਮਝਦੇ ਕਿ ਬਿਨਾਂ ਕਾਰਨ ਦੇ ਤੇ ਕੁਝ ਵੀ ਨਹੀਂ ਹੋ ਸਕਦਾ। ਕੋਈ ਹਵਾ ਚ ਥੋੜੀ ਕੋਈ ਚੀਜ਼ ਪੈਦਾ ਹੋ ਰਹੀ ਹੈ, ਇਹ ਕਿੱਥੋਂ ਆ ਰਿਹਾ ਸਿਸਟਮ? ਇਹ ਕੌਣ ਇੰਨਾ ਕੰਟਰੋਲ ਕਿੱਥੋਂ ਹੋ ਰਿਹਾ? ਔਰ ਪਲੱਸ ਇੰਨੀ ਇਹਦੇ ਵਿੱਚ ਗਲਤੀ ਕਿਉਂ ਨਹੀਂ ਹੈਗੀ? ਆਪਣੀ ਇੱਕ ਚੀਜ਼ ਨੂੰ ਵੇਖੋ, ਆਪਾਂ ਡਿਵੈਲਪ ਕਰ ਰਹੇ ਹਾਂ ਹਰ ਦਿਨ। ਵੇਖੋ ਤੁਸੀਂ ਗੂਗਲ ਤੇ ਕੋਈ ਸੌਫਟਵੇਅਰ ਯੂਜ਼ ਕਰ ਰਹੇ ਜੋ 15-16 ਦਿਨਾਂ ਬਾਅਦ ਨਵੀਂ ਅਪਡੇਟ ਆ ਜਾਂਦੀ ਹੈ, ਕੁਛ ਨਾ ਕੁਛ ਅਪਗ੍ਰੇਡ ਹੋ ਰਿਹਾ। ਪਰ ਪ੍ਰਕਿਰਤੀ ਦੇ ਵਿੱਚ ਅਪਗ੍ਰੇਡ ਕਿਉਂ ਨਹੀਂ ਹੋ ਰਿਹਾ? ਪ੍ਰਕਿਰਤੀ ਕਿਉਂ ਇੰਨਾ ਉਹਦੀ ਮਸ਼ੀਨ ਇੰਨੀ ਕਿਉਂ ਸਟਰੋਂਗ ਆ? ਉਹਦੇ ਮਗਰ ਜਿਹੜੀ ਬੁੱਧੀ ਆ ਇੰਨੀ ਕਿਉਂ ਪਾਵਰਫੁਲ ਆ? ਕਿਉਂਕਿ ਉਹਨੇ ਜਿਹੜੀ ਵੀ ਚੀਜ਼ ਨੂੰ ਬਣਾਇਆ ਨਾ, ਇੱਕੋ ਵਾਰੀ ਪਾ ਦਿੰਦਾ। ਧਰਤੀ 'ਚ ਜਿੰਨਾ ਵੀ ਲੋੜ ਹੈ ਨਾ ਆਪਾਂ ਨੂੰ, ਜਿੰਨਾ ਆਪਾਂ ਇੱਥੇ ਪਤਾ ਨਹੀਂ ਕਿੰਨੇ ਕਰੋੜ ਸਾਲ ਜਦ ਤੱਕ ਆਪਣੀਆਂ ਰਹਿੰਦੀਆਂ ਪੁਸਤਾਂ ਆਉਂਦੀਆਂ ਰਹਿਣ, ਉਹਦੇ ਲਈ ਫਿਊਲ ਆਲਰੇਡੀ ਧਰਤੀ ਦੇ ਅੰਦਰ ਹੈ। ਆਪਾਂ ਜੋ ਵੀ ਇਸਤੇਮਾਲ ਕਰਨਾ ਹੈ ਨਾ, ਅੰਦਰ ਹੈ, ਆਪਣੇ ਅੰਦਰ। ਆਪ ਜਸਟ ਦੇਖੋ, ਤੁਹਾਡੇ ਸਰੀਰ ਦੇ ਅੰਦਰ ਹਰ ਦਿਨ ਲੱਖਾਂ ਕਰੋੜਾਂ ਸੈੱਲ ਮਰ ਰਹੇ ਨੇ ਤੇ ਨਵੇਂ ਪੈਦਾ ਹੋ ਰਹੇ ਨੇ। ਇਹ ਮੈਕੈਨਿਜ਼ਮ ਕਿਹਨੇ ਸੈੱਟ ਕੀਤਾ ਹੈ? ਇਹਦੀ ਰਿਪੇਅਰ ਕਰਨ ਵਾਸਤੇ ਜਿਹੜੀ ਮੇਨਟੇਨੈਂਸ ਡਿਪਾਰਟਮੈਂਟ ਆ, ਉਹ ਰਾਤ ਨੂੰ ਤੁਹਾਨੂੰ ਸੁਖਾਪਤੀ ਵਿੱਚ ਕਰਦਾ ਹੈ। ਰਾਤ ਨੂੰ ਤੁਸੀਂ ਜਿੱਦਾਂ ਮਰਜ਼ੀ ਸੌਂ ਕੇ ਵੇਖ ਲਓ, ਜੇਕਰ ਤੁਸੀਂ ਸੁਖਾਪਤੀ ਅਵਸਥਾ 'ਚ ਨਹੀਂ ਗਏ ਰਾਤ ਨੂੰ, ਤੁਹਾਡੀ ਥਕਾਵਟ ਦੂਰ ਨਹੀਂ ਹੋਣੀ। ਡੀਪ ਸਲੀਪ ਕਹਿੰਦੇ ਆਪਾਂ ਨੂੰ, ਜਿਹਨੂੰ ਡ੍ਰੀਮਲੈਸ ਸਲੀਪ ਵੀ ਨਹੀਂ। ਉੱਥੇ ਜਾਣਾ ਬਹੁਤ ਜ਼ਰੂਰੀ ਹੈ। ਉੱਥੇ ਆਤਮਾ ਹੈਗੀ ਹੈ। ਜੇਕਰ ਤੁਸੀਂ ਆਪਣੀ ਆਤਮਾ 'ਚ ਨਹੀਂ ਨਾ ਪ੍ਰਵੇਸ਼ ਕਰਦੇ, ਚਾਹੇ ਤੁਸੀਂ ਬੇਹੋਸ਼ੀ ਦੇ ਰੂਪ 'ਚ ਹੀ ਕਰ ਰਹੇ ਹੋ,
ਉੱਥੇ ਕੀ ਕਰਦਾ ਹੈ, ਮਨ ਕੀ ਕਰਦਾ, ਗਿਆਨ ਇੰਦਰੀਆਂ ਦਾ ਜਿਹੜਾ ਕਰਤਾ ਭਾਵ ਹੈ ਨਾ, ਉਹਨੂੰ ਆਪਣੇ ਵਿੱਚ ਸਮੇਟ ਲੈਂਦਾ ਤੇ ਮਨ ਕੀ ਕਰਦਾ, ਆਤਮਾ 'ਚ ਚੱਲ ਜਾਂਦਾ ਹੈ, ਪਰ ਬੇਹੋਸ਼ੀ 'ਚ ਹੈ, ਕਿਉਂਕਿ ਇੰਦਰੀਆਂ ਜਿਹੜੀਆਂ ਹੈਗੀਆਂ ਨੇ, ਇੰਦਰੀਆਂ ਉੱਥੋਂ ਐਕਟੀਵੇਟ ਨਹੀਂ ਹੈ। ਪਰ ਇਹਨੂੰ ਸੁੱਖ, ਸਾਨੂੰ ਸੁੱਖ ਕਾਹਦਾ ਮਿਲਦਾ ਹੈ? ਰਾਤ ਨੂੰ ਆਪਾਂ ਜਦੋਂ ਸੌਂਦੇ ਹਾਂ, ਆਪਾਂ ਨੂੰ ਕਾਹਦਾ ਸੁੱਖ ਹੈ? ਕੇਵਲ ਸਾਨੂੰ ਤਾਂ ਸੁੱਖ ਮਿਲਦਾ ਜਦੋਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ। ਸੁਪਨੇ ਆਉਣ ਦੇ ਨਾਲ ਅਸੀਂ ਸੁਖੀ ਨਹੀਂ ਹੁੰਦੇ, ਭਾਵੇਂ ਸੁਪਨਾ ਚੰਗਾ ਵੀ ਕਿਉਂ ਨਾ ਹੋਵੇ। ਅਸੀਂ ਉਦੋਂ ਹੀ ਕਹਿੰਦੇ ਹਾਂ ਕਿ ਅੱਜ ਬੜੀ ਨੀਂਦ ਵਧੀਆ ਆਈ ਕਿਉਂਕਿ ਮੈਂ ਆਪਣੇ ਆਪ ਨੂੰ ਭੁੱਲ ਗਿਆ ਵਾਂ। ਧਿਆਨ ਸਿਮਰਨ ਦਾ ਮਤਲਬ ਇਹੋ ਹੀ ਆ ਕਿ ਆਪਣੇ ਆਪ ਨੂੰ ਭੁੱਲਿਆ ਨਹੀਂ, ਮੈਂ ਜਾਗਰਤ ਅਵਸਥਾ 'ਚ ਉੱਥੇ ਪਹੁੰਚ ਗਿਆ ਜਿੱਥੇ ਮੈਂ ਆਪਣੇ ਆਪ ਨੂੰ ਭੁੱਲ ਕੇ ਅਨੁਭਵ ਕਰਦਾ ਸੀ। ਸਭ ਕੁਝ ਉੱਥੇ ਹੈਗਾ, ਪਰ ਸਾਰਾ ਡੀਐਕਟੀਵੇਟਡ ਹੈ। ਇਹਨੂੰ ਆਪਾਂ ਤੁਰੀ ਅਵਸਥਾ ਕਹਿੰਦੇ ਹਾਂ। ਤੁਰੀ ਅਵਸਥਾ 'ਚ ਜਿਹੜਾ ਵੀ ਬੰਦਾ ਪਹੁੰਚ ਜਾਂਦਾ ਹੈ, ਉਹ ਬੰਦਾ ਉਹ ਵਾਪਸ ਨਹੀਂ ਆਵੇ, ਬਦਲ ਕੇ ਆਵੇਗਾ। ਥੋੜਾ ਵੀ ਹੋਵੇ, ਭਾਵੇਂ 10 50 ਦੁੱਕੀ ਕੁਛ ਵੀ ਹੋਵੇ, 1% 2%, ਉਸ ਬੰਦੇ ਨੇ ਟਰਾਂਸਫਾਰਮ ਹੋ ਕੇ ਆਉਣਾ ਹੈ, ਬਦਲ ਕੇ ਆਊਗਾ। ਇਹ ਪ੍ਰਕਿਰਤੀ ਦਾ ਨਿਯਮ ਹੈਗਾ। ਹਾਂਜੀ ਨਜਰ ਸਾਹਿਬ, ਅੱਗੇ ਚਲੀ। ਬਹੁਤ ਵਧੀਆ ਗੋਲਡੀ ਸਾਹਿਬ, ਬਹੁਤ ਵਧੀਆ। ਅੱਗੇ ਸ਼ਬਦ ਜਿਹੜਾ ਹੈਗਾ, ਇਹ ਇੱਕ ਹੋਰ ਸ਼ਬਦ ਰਵਿਦਾਸ ਜੀ ਦਾ ਆ ਰਿਹਾ ਹੈ, ਮਾਰੂ ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਧੈਨ ਬਸ ਜਾ ਕੇ ਰੇ। ਕਹਿੰਦੇ ਦੇਖ ਲਾ, ਉਸ ਮਾਲਕ ਪਰਮਾਤਮਾ ਦੀ ਭਗਤੀ ਕਰਨ ਨੂੰ ਤੈਨੂੰ ਕਹਿ ਰਿਹਾ ਹੈ ਮੇਰੇ ਮਨਾ। ਉਸ ਮਾਲਕ ਪਰਮਾਤਮਾ ਦੀ ਜਿਹੜਾ ਸੁੱਖਾਂ ਦਾ ਸਾਗਰ ਹੈਗਾ, ਜਿਹੜੇ ਸੁੱਖਾਂ ਦੇ ਪਿੱਛੇ ਤੂੰ ਮਰ ਰਿਹਾ ਆ, ਜਿਹੜੇ ਛਿੱਲੜ ਦੇ ਪਿੱਛੇ ਤੂੰ ਦੌੜ ਰਿਹਾ ਆ ਰਾਤ ਦਿਨ, ਉਹ ਸਾਗਰ ਆ ਉਹਦਾ। ਸੁਰਤਰ, ਸੁਰਤਰ ਤਰ ਕਹਿੰਦੇ ਆ ਦਰਖਤ, ਇੱਕ ਦਰਖਤ ਕਹਿੰਦੇ ਆ ਵੀ ਇੱਕ ਦਰਖਤ ਹੈਗਾ, ਉਹ ਕਲਪਤਰ ਬ੍ਰਕਸ਼ ਹੈਗੇ, 5 ਬ੍ਰਕਸ਼ ਕਹਿੰਦੇ ਆ। ਕਹਿੰਦੇ ਜਿਹੜੇ ਸਾਰਾ ਜੋ ਵੀ ਉਹ ਉਹਨਾਂ ਕੋਲੋਂ ਮੰਗੋ ਉਹ ਦੇ ਦਿੰਦੇ ਪਦਾਰਥ। ਚਿੰਤਾਮਣ, ਇੱਕ ਚਿੰਤਾਮਣੀ ਹੈਗੀ, ਚਿੰਤਾ ਦੀ ਮਣੀ ਹੈਗੀ, ਜੋ ਚਿੱਤ ਦੇ ਵਿੱਚ ਧਾਰਨ ਕਰੋ ਉਹ ਮਣੀ ਦੇ ਦਿੰਦੀ ਹੈ। ਕਾਮਧੇਨ, ਇੱਕ ਕਾਮਧੇਨ ਗਊ, ਕਹਿੰਦੇ ਗਊ ਹੈਗੀ, ਜੋ ਮੰਗ ਲਓ ਗਊ ਕੋਲੋਂ ਉਹ ਦੇ ਦਿੰਦੀ ਹੈ। ਇਸ ਤਰ੍ਹਾਂ ਦੇ ਇਹਨਾਂ ਨੇ ਕਹਿੰਦੇ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ, ਇਹ ਸਾਰੀਆਂ ਉਸ ਮਾਲਕ ਪਰਮਾਤਮਾ ਦੇ ਵੱਸ ਦੇ ਵਿੱਚ ਹੈ। ਬਸ ਜਾ ਕੇ ਰੇ ਉਸ ਮਾਲਕ ਦੇ। 4 ਪਦਾਰਥ ਅਸ਼ਟ ਮਹਾਸਿੱਧ ਨਵਨਿਧ ਕਰਤਲ ਤਾਕੈ ਰੇ। 4 ਪਦਾਰਥ, ਜੇ ਧਰਮ ਅਰਥ ਕਾਮ ਮੋਖ, ਇਹ ਹਿੰਦੂ ਫਿਲਾਸਫੀ ਦੇ ਅਨੁਸਾਰ ਕਹਿੰਦੇ ਚਾਰੋਂ ਪਦਾਰਥ ਉਸ ਮਾਲਕ ਪਰਮਾਤਮਾ ਦੇ ਹੱਥ ਦੇ ਵਿੱਚ, ਹੱਥ ਦੀ ਤਲੀ ਦੇ ਉੱਤੇ ਹੈ। ਅਸ਼ਟ ਮਹਾਸਿੱਧ, 8 ਜਿਹੜੀਆਂ ਮਹਾਸਿੱਧੀਆਂ, 18 ਸਿੱਧੀਆਂ ਵੈਸੇ ਕਹਿੰਦੇ ਆ, ਪਰ ਉਹਨਾਂ ਨੂੰ ਜਿਹੜਾ ਮੇਨ ਲਾ ਲਓ ਤੇ 8 ਕਹਿੰਦੇ ਆ। ਮਹਾਸਿੱਧੀਆਂ ਕਰ ਲਓ, ਮੇਨ ਮਹਾ ਦਾ ਮਤਲਬ ਮੇਨ। ਅਸ਼ਟ ਮਹਾਸਿੱਧ ਨਵਨਿਧ, 9 ਨਿਧੀਆਂ, 9 ਖਜ਼ਾਨੇ। ਕਰਤਲ ਤਾਕੈ ਰਹਿ, ਉਹਦੀ ਕਰ ਕਹਿੰਦੇ ਹੱਥ, ਤਲ ਮਤਲਬ ਤਲੀ, ਉਹਦੀ ਤਲੀ ਦੇ ਉੱਤੇ ਪਈਆਂ। ਹਰ 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 ਨਾ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ। ਇੱਥੇ ਲਿਖਿਆ ਹਰ 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 ਨਾ ਜਪਸ ਰਸਨਾ। ਕਹਿੰਦੇ ਜੀ ਰਸਨਾ ਜਿਹੜਾ ਹੈਗਾ ਜੀਵ ਨੂੰ ਕਿਹਾ ਹੈ। ਠੀਕ ਹੈ, ਜੀਵ ਨੂੰ ਕਿਹਾ ਹੈ। ਇਹ ਭਗਤੀ ਕਰਨੀ ਤਾਂ ਪਤੰਦਰ ਮਨ ਨੇ ਕਰਨੀ ਆ। ਇਹ ਸਾਰੀ ਭਗਤੀ ਦੀ ਗੇਮ ਜਿਹੜੀ ਹੈ ਇਹ ਤਾਂ ਮਨ ਨੇ ਕਰਨੀ ਆ। ਧਿਆਨ ਸਿਮਰਨ ਮਨ ਨੇ ਕਰਨਾ ਹੈ। ਉਹਦੀ ਰਸਨਾ ਹੈ, ਸੁਰਤ ਹੈਗੀ ਆ। ਮਨ ਦੀ ਰਸਨਾ ਸੁਰਤ ਹੈਗੀ ਆ। ਹਰ 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 ਨਾ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ। ਕਹਿੰਦੇ ਤੂੰ ਬੰਦਾ ਤਾਂ ਬਸ ਆ ਬਚਨ ਰਚਨਾ ਦੇ ਵਿੱਚ ਹੀ ਸਾਰਾ ਗੁੰਮ ਹੋਇਆ ਰਹਿੰਦਾ। ਆ 1 ਘੰਟੇ ਬੈਠ ਕੇ ਨਾ, ਇਸ ਤੋਂ ਬਾਅਦ ਦੇਖੋ ਤੁਸੀਂ ਜਿਹੜਾ, ਮੈਂ ਤਾਂ ਦੇਖਦਾ ਪ੍ਰੈਕਟੀਕਲੀ ਬਸ 24 ਘੰਟੇ ਰਚਨਾ ਦੇ ਵਿੱਚ ਆਪਾਂ ਗੁੰਮ ਹੋ ਜਾਂਦੇ। 24 ਘੰਟੇ ਰਚਨਾ ਦੇ ਵਿੱਚ ਬਸ ਵਹੀ ਫਲਾਣੇ ਨੂੰ ਫੋਨ ਕਰ ਲਿਆ, ਇਹਨੂੰ ਕਰ ਲਿਆ, ਇੱਧਰ ਚਲੇ ਗਏ, ਆਹ ਦੇਖ ਲਿਆ, ਉਹ ਕਰ ਲਿਆ, ਬਸ ਅਵਰ ਸਭ ਛਾੜ ਬਚਨ ਰਚਨਾ। ਇੱਥੇ ਦੇਖੋ ਬਾਣੀ ਕੀ ਕਹਿ ਰਹੀ ਹੈ ਭਾਈ। ਬਾਣੀ ਦੇ ਨਾਲ ਮਾੜਾ ਜਿਹਾ ਆਪਾਂ ਇੱਧਰ ਨੂੰ ਵੀ ਸੁਰਤ ਕਰ ਲਈ ਆਪਣੀ। ਹਰ 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 ਨਾ ਜਪਸ ਰਸਨਾ ਅਵਰ ਸਭ ਛਾੜ ਬਚਨ ਰਚਨਾ ਰਹਾਓ। ਆਪਾਂ ਤਾਂ ਰਚਨਾ ਦੇ ਨਾਲ ਹੀ ਬਸ, ਆਪਣੇ ਬਚਨ ਕੀ ਹੈ, ਸਾਰੇ ਰਚਨਾ ਦੇ ਹੀ ਹੈ, ਸਾਰੇ ਦੇ ਸਾਰੇ ਰਹਾਓ। ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਖਰ ਮਾਹੀ। ਕਹਿੰਦੇ 34 ਅੱਖਰ ਜਿਹੜੇ ਇਹ ਜਿਹੜੀ ਹੈ ਲਿਪੀ ਹੈਗੀ, ਬੋਲੀ ਹੈਗੀ, ਇਹਦੇ ਵਿੱਚ ਕਹਿੰਦੇ ਆ ਨਾਨਾ ਖਿਆਨ। ਨਾਨਾ ਕਹਿੰਦੇ ਪੁਰਾਣ ਦੇ ਬਥੇਰੇ ਜਿਹੜੇ ਹੈਗੇ, ਉਹਦੇ ਜਿਹੜੇ ਹੈਗੇ ਚੈਪਟਰ। ਖਿਆਨ ਦਾ ਮਤਲਬ ਚੈਪਟਰ।
ਨਾਨਾ ਅਲੱਗ-ਅਲੱਗ ਤਰ੍ਹਾਂ ਦੇ ਚੈਪਟਰ ਪੁਰਾਣ ਦੇ, ਵੇਦਾਂ ਦੇ, ਸ਼ਾਸਤਰਾਂ ਦੇ, ਵੇਦ ਦੀ ਵਿਧੀ ਜਿਹੜੀ ਦੱਸਦੇ ਆ, ਵੇਦ ਵਿਧੀ, ਵੇਦਾਂ 'ਚ ਵਿਧੀਆਂ ਤਾਂ ਹੈਗੀਆਂ, ਹੋਰ ਕਿਹੜੀਆਂ ਵਿਧੀਆਂ ਹੈ? ਕਹਿੰਦੇ ਵੇਦ ਵਿਧ 34 ਅੱਖਰ ਮਾਹੀ, ਕਹਿੰਦੇ ਸਾਰਾ ਗਿਆਨ ਦੁਨੀਆ ਦਾ 34 ਅੱਖਰਾਂ ਦੇ ਵਿੱਚ ਹੈਗਾ। ਸਾਰਾ ਗਿਆਨ ਦੁਨੀਆ ਦਾ 34 ਅੱਖਰਾਂ ਦੇ ਵਿੱਚ ਹੈ, ਇਨਕਲੂਡਿੰਗ ਗੁਰੂ ਗ੍ਰੰਥ ਸਾਹਿਬ। ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਛਰ ਮਾਹੀ, ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ। ਬਿਆਸ ਜੀ ਨੇ ਵਿਚਾਰ ਕੇ, ਸੋਚ ਸਮਝ ਕੇ ਪਹਿਲਾਂ ਹੀ ਦੱਸ ਦਿੱਤਾ ਕਿ ਭਾਈ ਆ ਵੇਦ, ਆ ਜਿਹੜੇ ਗਿਆਨ, ਆ ਜਿਹੜੇ ਗ੍ਰੰਥ ਹੈਗੇ ਆ, ਇਹਨਾਂ ਦੇ ਵਿੱਚ ਇਹਨਾਂ ਦਾ ਮੁਕਾਬਲਾ ਇਹ ਰਾਮ ਨਾਮ ਦੇ ਮੁਕਾਬਲਾ ਨਹੀਂ ਕਰ ਸਕਦੇ। ਇਹ ਧਿਆਨ ਸਿਮਰਨ ਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਪ੍ਰੇਮਾ ਭਗਤੀ ਜਿਹੜੀ ਕਰ ਰਹੇ ਹੋ, ਸਾਧਨਾ ਕਰ ਰਹੇ ਹੋ, ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਭਾਈ। ਜੇ ਇਹ ਗਲਤ ਹੁੰਦਾ ਤੇ ਮਹਾਰਾਜ ਨਹੀਂ ਚੜਾਉਣਾ ਸੀ ਇਹਨੂੰ। ਨਾਨਾ ਖਿਆਨ ਪੁਰਾਨ ਵੇਦ ਵਿਦ 34 ਅੱਛਰ ਮਾਹੀ, ਬਿਆਸ ਵਿਚਾਰ ਕਹਿਓ ਪਰਮਾਰਥ। ਪਰਮਾਰਥ ਦੀ ਗੱਲ ਕਰ ਰਿਹਾ, ਇਹ ਚੌਥੇ ਪਦ ਦੀ ਗੱਲ ਕਰ ਰਿਹਾ। ਇਹ ਜਿਹੜੇ ਹੈਗੇ ਆ, ਇਹ ਜਿਹੜੀ ਹੈਗੀ ਸਪਿਰਚੁਅਲ ਜਰਨੀ ਦੇ ਵਾਸਤੇ ਜਿਹੜਾ ਹੈਗਾ ਭਾਈ, ਉਹਦੇ ਵਾਸਤੇ ਸੇਧ ਦੇ ਰਿਹਾ ਕਿ ਪਿਆਰਿਆ ਮਤ ਜਿਹੜਾ ਹੈਗਾ, ਮਤ ਆਪਣੇ ਸਵਾਸ ਜਿਹੜੇ ਹੈਗੇ ਮਤ ਵੇਸਟ ਕਰ, ਪਰਮੇਸ਼ਰ ਦੇ ਨਾਮ ਧਿਆਨ ਸਿਮਰਨ ਬੰਦਗੀ ਦੇ ਵਿੱਚ ਲੱਗ ਜਾ। ਉਹਦਾ ਮੁਕਾਬਲਾ ਦੁਨੀਆ ਦੀ ਕੋਈ ਵੀ ਚੀਜ਼, ਕੋਈ ਗ੍ਰੰਥ ਉਹਦਾ ਮੁਕਾਬਲਾ ਨਹੀਂ ਕਰ ਸਕਦੇ। ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਸਰ ਨਾਹੀ, ਸਹਿਜ ਸਮਾਧ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲਾਗੀ। ਆ ਲਓ, ਆ ਗਏ, ਦੇਖ ਲਓ। ਉਸੇ ਵੇਲੇ ਬਈ ਜੇ ਗਿਆਨ ਜਿਹੜਾ ਹੈਗਾ ਰਾਮ ਨਾਮ ਦੇ ਬਰੋਬਰ ਨਹੀਂ ਹੈ ਤੇ ਰਾਮ ਨਾਮ ਹੈ ਕੀ ਹੈਗਾ? ਇਹ ਵੀ ਤਾਂ ਦੱਸੋ ਨਾ ਵੀ ਭਗਤੀ ਹੈ ਕੀ ਚੀਜ਼। ਇੱਥੇ ਤਾਂ ਜਿਹੜੇ ਆ ਗਏ ਆ ਵੀ ਭਗਤੀ ਹੈ, ਪਤਾ ਨਹੀਂ। ਆ ਦੇਖ ਲਓ, ਹਿੰਦੂ ਧਰਮ ਦੇ ਵਿੱਚ 9 ਪ੍ਰਕਾਰ ਦੀ ਭਗਤੀ ਲਿਖੀ ਹੋਈ ਹੈ। 9 ਪ੍ਰਕਾਰ ਗਿਣਾਤੇ ਭਗਤੀ ਦੇ। ਸਹਿਜ ਸਮਾਧ, ਕਬੀਰ ਜੀ ਵੀ ਕਹਿੰਦੇ ਆ ਜੀ 52 ਅੱਖਰ ਜੋੜੇ ਆਨ, ਹਾਂ ਸਕਿਆ ਨਾ ਅੱਖਰ ਏਕ ਪਛਾਨ, ਸਤ ਕਾ ਸ਼ਬਦ ਕਬੀਰਾ ਕਹੈ, ਗੁਰਮੁਖ ਹੋਏ ਸੋ ਅਨਪਉ ਰਹੈ। ਬਹੁਤ ਕਮਾਲ ਹੈ ਜੀ। ਸਹਿਜ ਸਮਾਧ ਉਪਾਦ ਰਹਿਤ ਹੋਏ ਬੜੇ ਭਾਗ ਲਿਵ ਲਾਗੀ। ਕਹਿੰਦੇ ਸਹਿਜ ਦੀ ਸਮਾਧੀ ਜਿਹੜੀ ਹੈਗੀ, ਇਹ ਸਾਰੀਆਂ ਉਪਾਧੀਆਂ ਇਹ ਮਨ ਨੇ ਕੀ ਕਰਨਾ ਹੈ? ਮਨ ਨੇ ਆ ਗਿਆਨ ਜਿਹੜਾ ਹੈਗਾ ਆਪਾਂ ਉਹ ਲੈ ਰਹੇ ਹਾਂ, ਮਨ ਨੇ ਫਿਰ ਆਪਣਾ ਨੁਕਤਾ ਲਾ ਦੇਣਾ ਇਹਦੇ ਵਿੱਚ, ਫਿਰ ਉਪਦਰਵ ਸ਼ੁਰੂ ਕਰ ਦੇਣਾ, ਫਿਰ ਜਿਹੜਾ ਹੈਗਾ ਡਾਇਲੂਟ ਕਰ ਦੇਣਾ, ਇਹਨੂੰ ਮਿਲਾ ਦੇਣਾ ਇਹਦੇ ਵਿੱਚ ਪਾਣੀ ਮਿਲਾ ਕੇ, ਫਿਰ ਇਹਦਾ ਅਸਰ ਖਤਮ ਕਰ ਦੇਣਾ। ਸਹਿਜ ਸਮਾਧ ਉਪਾਦ ਰਹਿਤ ਹੋਏ ਬੜੇ ਭਾਗ ਲਿਵ ਲਾਗੀ। ਇਸ ਤਰ੍ਹਾਂ ਲਿਵ ਲੱਗ ਜਾਂਦੀ ਹੈ ਭਾਈ। ਸਹਿਜ ਸਮਾਧੀ ਵਿੱਚ ਉਪਾਧੀ ਜਿਹੜੀਆਂ ਖਤਮ ਹੋ ਜਾਂਦੀਆਂ, ਜਿਹੜਾ ਰਾਮ ਨਾਮ ਇਹ ਧਿਆਨ ਸਿਮਰਨ ਕਰਦਾ ਹੈ। ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ। ਕਹਿੰਦੇ ਮੇਰੀ ਤਾਂ ਭਾਈ ਆਹੀ ਮਤ ਹੈਗੀ ਜਿਹੜੀ ਹੈਗੀ। ਰਵਿਦਾਸ ਜੀ ਜਿਹੜੇ ਹੈਗੇ ਉਦਾਸ ਦਾਸ ਮਤ, ਕਹਿੰਦੇ ਮੇਰੀ ਤਾਂ ਮਤ ਇਹੀ ਹੈਗੀ ਭਾਈ ਬਈ ਆਪਣੇ ਆਪ ਨੂੰ ਵਿਚਾਰ ਮੁਕਤ ਕਰ ਲਓ, ਵਿਚਾਰਾਂ ਦੇ ਉੱਤੇ ਧਿਆਨ ਦਿਓ, ਉਦਾਸ ਹੋ ਜਾਓ ਦੁਨੀਆ ਤੋਂ। ਇਹ ਜਿਹੜੇ ਹੈਗੇ, ਇਹ ਜਿਹੜੀ ਦੁਨੀਆ ਦੀ ਜਿਹੜੀ ਹੈਗੀ ਆ, ਇਹ ਜਿਹੜੀ ਬਚਨ ਰਚਨਾ ਜਿਹੜੀ ਹੈਗੀ ਆ, ਇਸ ਤੋਂ ਜਿਹੜਾ ਹੈਗਾ ਸੰਕੋਚ ਕਰ ਲਓ ਪਿਆਰਿਓ। ਘੱਟ ਤੋਂ ਘੱਟ ਧਿਆਨ ਸਿਮਰਨ ਕਰਨ ਵੇਲੇ ਤਾਂ ਕਰ ਲਓ। ਕਹਿ ਰਵਿਦਾਸ ਉਦਾਸ ਦਾਸ ਮਤ ਜਨਮ ਮਰਨ ਭੈ ਭਾਗੀ। ਇਹ ਜਨਮ ਮਰਨ ਦਾ ਗੇੜਾ ਤੁਹਾਡਾ ਮੁੱਕ ਜਾਏਗਾ ਭਾਈ, ਮੁੱਕ ਜਾਏਗਾ, ਮੁੱਕ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਇੱਥੇ ਪਤਾ ਕੀ ਹੈ, ਆਪ ਜੀ ਨੇ ਪਹਿਲਾਂ ਵੀ ਕਈ ਵਾਰੀ ਵਿਚਾਰ ਕੀਤੀ ਹੈ ਇਸ ਤੇ ਨਾ। ਬਿਆਸ ਜੀ ਦੇਖੋ ਕਹਿ ਰਹੇ ਨੇ, ਕਹਿੰਦੇ ਆ ਕਿ ਬਿਆਸ ਵਿਚਾਰ ਕਹਿਓ ਪਰਮਾਰਥ ਰਾਮ ਨਾਮ ਕਰਨਾ ਹੈ। ਇੱਥੇ ਕੀ ਰੋ ਸਮਝੋ ਜੀ, 2 ਵਿਦਿਆ ਹੈਗੀਆਂ ਨੇ, ਇੱਕ ਹੈਗੀ ਆ ਪਰਾ ਵਿਦਿਆ, ਇੱਕ ਹੈਗੀ ਅਪਰਾ ਵਿਦਿਆ। ਪਰਾ ਵਿਦਿਆ ਜਿਹੜੀ ਹੈਗੀ ਅਨੁਭਵ ਦਾ ਵਿਸ਼ਾ ਹੈ। ਅਪਰਾ ਵਿਦਿਆ ਹੈਗੀ ਦੇ ਵਿੱਚ ਸਾਰੇ ਗ੍ਰੰਥ ਆ ਜਾਂਦੇ ਨੇ। ਕੋਈ ਵੀ ਗ੍ਰੰਥ ਹੈਗਾ ਧਰਤੀ ਤੇ, ਜੋ ਆਪਾਂ ਗੱਲਾਂ ਕਰ ਰਹੇ ਹਾਂ, ਜੋ ਵੀ ਸੁਣ ਰਹੇ ਹਾਂ, ਇਹ ਸਾਰੀ ਅਪਰਾ ਵਿਦਿਆ। ਪਰਾ ਵਿਦਿਆ ਅਨੁਭਵ ਦਾ ਵਿਸ਼ਾ, ਪ੍ਰੈਕਟੀਕਲ ਹੈ ਉਹ। ਦੇਖੋ, ਪਰਮਾਤਮਾ ਨੂੰ ਜਾਣਨਾ ਤੇ ਪਰਮਾਤਮਾ ਦੇ ਬਾਰੇ ਗੱਲਾਂ ਨੂੰ ਜਾਣਨ 'ਚ ਬੜਾ ਫਰਕ ਹੈ।
ਕਿਉਂਕਿ ਗ੍ਰੰਥਾਂ ਦੇ ਵਿੱਚ ਜਿਹੜਾ ਵਰਣਨ ਆਉਂਦਾ ਨਾ ਉਹ ਸਾਰਾ ਪ੍ਰਮਾਤਮਾ ਦੇ ਬਾਰੇ ਦੱਸਿਆ ਗਿਆ। ਪਰ ਪ੍ਰਮਾਤਮਾ ਨੂੰ ਜਿਹਨੇ ਅਨੁਭਵ ਕਰਨਾ ਹੈ ਉੱਥੋਂ ਮਾਰਗਦਰਸ਼ਨ ਕਰਾ ਕੇ ਧਿਆਨ ਸਿਮਰਨ ਕਰਕੇ ਉਹ ਇੱਕ ਅਲੱਗ ਸਟੋਰੀ ਹੈ। ਅਪਰਾ ਵਿਦਿਆ ਗੋਰਖੀ ਸਾਹਿਬ, ਅਪਰਾ ਵਿਦਿਆ ਦੇ ਦੁਆਰਾ ਹੀ ਪਤਾ ਲੱਗੂਗਾ ਵੀ ਪਰਾ ਵਿਦਿਆ ਕਰਨੀ ਹੈ। ਹਾਂ, ਪਰ ਉਹ ਜੀਵਨ ਦਾ ਮਕਸਦ ਨਹੀਂ ਹੈਗਾ। ਹਾਂ, ਪਰ ਜ਼ਿਆਦਾਤਰ ਤੁਸੀਂ ਵੇਖ ਲਓ ਸਾਰੇ ਅਪਰਾ ਵਿਦਿਆ 'ਚ ਹੀ ਬੈਠੀ ਦੁਨੀਆ, ਬਹੁਤ ਘੱਟ ਹੈ ਕੋਈ ਪਰਾ ਤੇ ਜਾਂਦਾ, ਕਿਉਂਕਿ ਉਹ ਅਪਰਾ ਦੇ ਵਿੱਚ ਹੀ ਉੱਥੇ ਬੈਠਾ ਰਹਿੰਦਾ ਹੈ ਔਰ ਉਹਦੇ ਗਿਆਨ ਨੂੰ ਹੀ ਸਮਝ ਲੈਂਦਾ ਕਿ ਮੇਰਾ ਮੰਜ਼ਿਲ, ਮੇਰਾ ਜੀਵਨ ਦਾ ਮਕਸਦ ਪੂਰਾ ਹੋ ਗਿਆ। ਔਰ ਬਹੁਤ ਲੋਕ ਏਦਾਂ ਦੇ ਹੋਣਗੇ, ਤੁਸੀਂ ਵੇਖੋ ਬੜੇ ਬੜੇ ਕਥਾਵਾਚਕ ਤੁਹਾਨੂੰ ਮਿਲ ਜਾਣਗੇ, ਉਹਨਾਂ ਸਾਰੀ ਜ਼ਿੰਦਗੀ ਕਥਾ ਕੀਤੀ ਆ ਪਰ ਜ਼ਿੰਦਗੀ 'ਚ ਉਚਾਈ ਨਹੀਂ ਆਈ। ਔਰ ਗੋਰਖੀ ਸਾਹਿਬ ਇੱਕ ਚੀਜ਼ ਹੋਰ ਦੱਸ ਦੇਣਾ, ਦੇਖੋ ਇਹਦੇ ਵਿੱਚ ਜਿਹੜੇ ਹੈਗੇ ਨਾ ਸਾਰਿਆਂ ਨੇ ਜਿਹੜਾ ਹੈਗਾ ਆਪਣੇ ਜਿੰਨੇ ਵੀ ਧਰਮ ਹੈਗੇ ਉਹਨਾਂ ਨੇ ਆਪਣੇ ਗ੍ਰੰਥ ਨੂੰ, ਆਪਣੇ ਧਰਮ ਨੂੰ, ਆਪਣੇ ਰਸਤੇ ਨੂੰ ਉੱਚਾ ਕਹਿਣਾ। ਔਰ ਇਹੀ ਲੜਾਈਆਂ ਝਗੜੇ ਹੋਈ ਜਾਂਦੇ ਆ, ਹੋ ਰਹੇ ਸੀਗੇ ਔਰ ਹੋਈ ਜਾਣਗੇ। ਇਹ ਵੀ ਇਸੇ ਤਰ੍ਹਾਂ ਚੱਲੀ ਜਾਣਾ। ਹਾਂਜੀ ਹਾਂ, ਹਰ ਕੋਈ ਬੰਦਾ ਕਹਿੰਦਾ ਮੈਂ ਵੱਡਾ, ਉਹ ਫਿਰ ਹਉਮੈ ਕਿੱਥੇ ਲੈ ਆਉਂਦਾ? ਉਹ ਕਹਿੰਦਾ ਮੇਰਾ ਧਰਮ ਵੱਡਾ, ਹਾਂ, ਮੇਰਾ ਗੁਰਦੁਆਰਾ ਵੱਡਾ। ਦੂਜੇ ਬੰਨੇ ਕਹਿੰਦੇ ਜੀ ਮੇਰਾ ਮੰਦਿਰ ਬੜਾ, ਉਹ ਕਹਿੰਦੇ ਸਾਡੇ ਗੁਰਦੁਆਰੇ ਚ ਫਲਾਣਾ, ਤੇ ਉਹ ਕਹਿੰਦੇ ਸਾਡੇ ਮੰਦਿਰ ਚ ਫਲਾਣਾ। ਤੇ ਏਦਾਂ ਦੁਨੀਆ ਲੱਗੀ ਹੁੰਦੀ ਆ। ਧਰਮ ਦੇ ਵਿੱਚ ਵੀ ਲੋਕੀ ਆਪਣੀ ਹਉਮੈ ਲੈ ਆਉਂਦੇ ਆ, ਤੇ ਇੱਥੇ ਆਪਾਂ ਨੂੰ ਸਮਝਣ ਦੀ ਲੋੜ ਆ। ਫਿਰ ਕਹਿੰਦੇ ਸਹਿਜ ਸਮਾਧੀ ਉਪਾਧੀ ਰਹਿਤ ਹੋਏ ਵੱਡੇ ਭਾਗ ਲਿਵ ਲੱਗ। ਹਾਂ, ਦੇਖੋ ਜੀ ਇਹਦੇ ਵਿੱਚ ਨਾ ਕਲੀਅਰ ਹੋ ਗਈ। ਗੋਰਖੀ ਸਾਹਿਬ ਜਿਹੜੇ ਨਾ ਤੁਸੀਂ ਆਖਰੀ ਜਿਹੜੀ ਹੈ ਨਾ ਪੰਜਾਬੀ ਜਿਹੜੀ ਹਿੰਦੀ ਵਾਂਗੂ ਨਹੀਂ ਆ, ਇਹਨੂੰ ਸਮਾਧ ਤਰਦੇ ਦੀ ਸਿਆਰੀ ਜਿਹੜੀ ਆ ਮਾੜੀ ਜੀ ਬੋਲ ਸਕਦੇ ਹੋ, ਜ਼ਿਆਦਾ ਨਹੀਂ ਬੋਲ ਸਕਦੇ। ਫਿਰ ਸਮਾਧੀ ਤਾਂ ਫਿਰ ਬਿਹਾਰੀ ਲਾਤੀ ਤੁਸੀਂ। ਚਲੋ ਠੀਕ ਹੈ। ਸਹਿਜ ਸਮਾਧ ਉਪਾਦ ਰਹਿਤ ਹੋਏ ਵੱਡੇ ਭਾਗ ਲਿਵ ਲੱਗ। ਦੇਖੋ ਜੀ ਜਿਹੜੀ ਸਹਿਜ ਸਮਾਧੀ ਆ ਮਤਲਬ ਕੀ ਹੈ? ਹੁਣ ਤੁਹਾਡੀ ਸਾਧਨਾ ਜਿਹੜੀ ਆ ਉਹ ਇੱਕ ਐਸੀ ਚੋਟੀ ਤੇ ਪਹੁੰਚ ਚੁੱਕੀ ਆ, ਹੁਣ ਉੱਥੇ ਜ਼ੋਰ ਲਾਉਣ ਦੀ ਲੋੜ ਨਹੀਂ ਹੈ। ਸਹਿਜ ਹੋ ਗਿਆ, ਤੁਹਾਡਾ ਜੀਵਨ ਸਹਿਜ ਚ ਆ ਗਿਆ। ਇਹ ਜਿਹੜਾ ਚੇਤਨਾ ਦੀ ਗੱਲ ਕੀਤੀ ਸੀ ਨਾ ਸ਼ੁਰੂ ਚ ਆਪਾਂ, ਚੇਤਨਾ ਪੁਰਸ਼, ਜਦੋਂ ਤੁਸੀਂ ਚੇਤਨ ਦੇ ਵਿੱਚ ਤੁਸੀਂ ਜੋਤੀ ਜੋਤ ਰਲੀ ਤੇ ਸੰਪੂਰਨ ਥੀਆ ਰਾਮ ਸੂਰਜਨ ਕਿਰਨ ਮਿਲੀ, ਏਦਾਂ ਦੀ ਤੁਕ ਵੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਰਾਮ। ਹਾਂਜੀ ਵੀਰ ਜੀ। ਹਾਂ, ਜਦੋਂ ਕੰਮ ਪੂਰਾ ਹੋ ਗਿਆ, ਜਿੱਥੋਂ ਬੂੰਦ ਆਈ ਸੀ ਨਦੀ ਸਮੁੰਦਰ ਚ ਗਈ, ਸਮੁੰਦਰ ਦਾ ਰੂਪ ਹੋ। ਜਦੋਂ ਤੁਸੀਂ ਬ੍ਰਹਮਲੀਨ ਹੋ ਗਏ, ਬਾਰ ਤੁਸੀਂ ਉਸ ਬਿੰਦੂ ਨੂੰ ਟੱਚ ਕਰਕੇ ਆਉਂਦੇ, ਫਿਰ ਤੁਸੀਂ ਮਾਤ ਲੋਕ ਚ ਆ ਜਾਂਦੇ, ਫਿਰ ਟੱਚ ਕਰਦੇ, ਫਿਰ ਮਾਤ ਲੋਕ ਚ ਆਉਂਦੇ। ਬਾਰ ਕਰਨ ਦੇ ਨਾਲ ਇੱਕ ਸਮਾਂ ਆਊਗਾ ਤੁਸੀਂ ਸਹਿਜ ਸਮਾਧੀ ਨੂੰ ਪ੍ਰਾਪਤ ਕਰ ਲਓ। ਸਹਿਜ ਸਮਾਧੀ ਜਿਹੜੀ ਹੁੰਦੀ ਆ ਉਹਦੇ ਲਈ ਕੁਝ ਕਰਨਾ ਨਹੀਂ ਪੈਂਦਾ, ਉਹਨੂੰ ਆਪਾਂ ਇਫੋਰਟਲੈਸ ਕਹਿੰਦੇ ਆ, ਬਿਨਾਂ ਕੁਝ ਕੀਤਿਆਂ। ਗਾਂ ਦੇ ਥਣਾਂ ਦੇ ਵਿੱਚ ਦੁੱਧ ਆ ਰਿਹਾ ਹੈ, ਉੱਥੇ ਕੁਝ ਕਰਨ ਦੀ ਲੋੜ ਨਹੀਂ, ਉਹਦਾ ਸੁਭਾਅ ਹੈ। ਆਮ ਤੌਰ ਤੇ ਆਪਾਂ ਚੰਗਿਆਈ ਕਰਦੇ ਹਾਂ ਨਾ, ਦੇਖੋ ਚੰਗਿਆਈ ਕਰਦੇ ਹਾਂ, ਸੱਚ ਬੋਲਣ ਦੀ ਕੋਸ਼ਿਸ਼ ਕਰਦੇ ਹਾਂ, ਇਮਾਨਦਾਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਕਰ ਰਹੇ ਹਾਂ ਆਪਾਂ, ਉੱਥੇ ਕਰਨ ਦੀ ਲੋੜ ਨਹੀਂ ਪੈਣੀ, ਉਹ ਤੁਹਾਡੇ ਅੰਦਰੋਂ ਪ੍ਰਗਟ ਹੋਣੀ ਚਾਹੀਦੀ। ਇਹੋ ਹੀ ਹੈ ਜੀਵਨ। ਸਹਿਜ ਸਮਾਧੀ ਦਾ ਮਤਲਬ ਇਕੱਲੀ ਸਮਾਧੀ ਨਹੀਂ ਰਹਿ ਗਈ, ਸਾਰਾ ਕੁਝ ਸਿਸਟਮ ਚ ਆ ਗਿਆ, ਹੁਣ ਕੁਝ ਕਰਨਾ ਨਹੀਂ ਪੈ ਰਿਹਾ, ਤੁਹਾਡਾ ਜੀਵਨ ਹੀ ਉਦਾਂ ਦਾ ਬਣ ਗਿਆ। ਹੁਣ ਦੇਖੋ ਨਾ, ਉਹ ਭਾਈ ਕਨਈਆ ਜੀ ਨੂੰ ਕਹਿ ਰਹੇ ਨੇ, ਉਹ ਫਿਰ ਸਹਿਜ ਸਮਾਧੀ ਦੀ ਅਵਸਥਾ ਹੀ ਹੈ। ਉਹ ਕਹਿ ਰਹੇ ਨੇ ਕਿ ਦੇਖੋ ਜੀ ਇਹ ਦੁਸ਼ਮਣਾਂ ਨੂੰ ਪਾਣੀ ਪਿਆ ਰਹੇ ਨੇ, ਉਹਨਾਂ ਦੀ ਕੰਪਲੇਂਟ ਹੋ ਗਈ ਹੈ। ਫਿਰ ਉਹਨਾਂ ਨੂੰ ਸੱਦਿਆ ਤੇ ਫਿਰ ਪੁੱਛਿਆ ਵੀ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਆ ਰਹੇ ਹੋ? ਉਹ ਕਹਿੰਦਾ ਮੇਰੇ ਲਈ ਤੇ ਸਾਰੇ ਬਰਾਬਰ ਹੋ ਗਏ ਨੇ। ਮੈਨੂੰ ਦੱਸੋ ਕਿ ਅੰਦਰ ਜਿਹੜਾ ਬਹਿ ਗਿਆ ਵਾ, ਜਿਹੜਾ ਆਤਮਾ ਤੱਤ ਚ ਬਹਿ ਗਿਆ ਵਾ, ਉਹ ਚਾਹੁੰਦਾ ਕਿ ਮੈਂ ਭਲਾ ਕਰਾਂ। ਉਹ ਫਿਰ ਵੇਖਦਾ ਥੋੜੀ ਹੈ ਕਿ ਨਿੱਜਰ ਸਾਹਿਬ ਜਾਂ ਚਰਨਜੀਤ ਸਾਹਿਬ ਆ, ਕੌਣ ਹੈਗੇ ਨੇ, ਇਹ ਕੋਈ ਮੁੰਨਾ ਹੈ, ਕੋਈ ਸਰਦਾਰ ਆ। ਉਹਦੀ ਇੰਨੀ ਦ੍ਰਿਸ਼ਟੀ ਸਾਮ ਹੋ ਗਈ ਆ, ਉਹਨੂੰ ਸਾਰਿਆਂ ਵਿੱਚ ਜੋਤੀ ਨਜ਼ਰ ਆਉਂਦੀ ਆ। ਪਰ ਮੈਂ ਇਹ ਨਹੀਂ ਕਹਿਣ ਦਿਆ ਕਿ ਉੱਥੇ ਆਪਣੇ ਰੂਲਸ ਜਿਹੜੇ ਹੈਗੇ ਨੇ, ਜਿੱਥੇ ਬੇਸਿਕ ਪ੍ਰਕਿਰਤੀ ਦੇ ਰੂਲ ਹੈਗੇ, ਉਹ ਆਪਾਂ ਨਹੀਂ ਵੇਖਣੇ ਆ, ਉਹ ਇੱਕ ਅਲੱਗ ਸਟੋਰੀ ਆ। ਪਰ ਸਮ ਦ੍ਰਿਸ਼ਟੀ ਦਾ ਮਤਲਬ ਇਹੋ ਹੀ ਹੈ ਕਿ ਉਹਦੇ ਅੰਦਰ ਹੁਣ ਕਿਸੇ ਲਈ ਏਦਾਂ ਦਾ ਵਿਚਾਰ ਨਹੀਂ ਹੈਗਾ। ਉਹਦੇ ਲਈ ਮੰਦਿਰ ਕੋਈ ਖਾਸ ਨਹੀਂ ਆ, ਉਹਦੇ ਲਈ ਕੋਈ ਮਸਜਿਦ ਵੀ ਖਾਸ ਨਹੀਂ, ਉਹਦੇ ਲਈ ਕੋਈ ਗੁਰਦੁਆਰਾ ਵੀ ਖਾਸ ਨਹੀਂ ਆ, ਉਹਦੇ ਲਈ ਸਾਰੇ ਬਰਾਬਰ ਨੇ। ਇਹ ਜ਼ਰੂਰੀ ਹੈ। ਜੇਕਰ ਮੈਂ ਬੈਠਾ ਔਰ ਮੇਰੇ ਮਨ ਚ ਹਜੇ ਵੀ ਨਜ਼ਰ ਆ ਰਹੀ, ਮਨ ਚ ਚਿੰਤਨ ਪੈਦਾ ਹੋ ਰਿਹਾ ਕਿ ਉਹ ਫਲਾਨੀ ਜਾਤ ਹੈ ਤੇ ਫਲਾਨਾ ਤੇ ਟਿਮਕਾ ਹੈ, ਹਜੇ ਸਮਝ ਲਓ ਕਿ ਮੈਂ ਦੂਰ ਹਾਂ। ਇਹ ਬਿਲਕੁਲ ਸੱਚ ਜੇ
ਕਿਉਂ? ਇਹ ਤੁਹਾਡੀ ਅੰਦਰ ਦੀ ਅਵਸਥਾ ਬਣਨੀ ਬਹੁਤ ਜ਼ਰੂਰੀ, ਉਹ ਬਣੋਗੀ। ਇਹ ਨਹੀਂ ਕਿ ਨਾ ਕੋਈ ਕੋਸ਼ਿਸ਼ ਕਰਨ ਦੀ ਲੋੜ ਹੈ। ਐਟੋਮੈਟਿਕਲੀ ਹੀ ਤੁਹਾਡੇ ਅੰਦਰ ਜਿਹੜੀ ਹੀਨ ਗ੍ਰੰਥੀ ਆ ਉਹਨੇ ਨਸ਼ਟ ਹੋ ਜਾਣਾ। ਨਿੱਜਰ ਸਾਹਿਬ, ਅਗਿਆਨ ਇੰਦਰੀ ਕਹਿੰਦੇ ਆਪਾਂ ਨੂੰ। ਬਿਲਕੁਲ। ਜਦੋਂ ਅਗਿਆਨ ਇੰਦਰੀ ਨਸ਼ਟ ਹੋ ਗਈ ਨਾ, ਤੇ ਤੁਹਾਡੇ ਜੀਵਨ ਦੇ ਵਿੱਚ ਫਿਰ ਕਬੀਰ ਜੀ ਫਿਰ ਉਸ ਗੱਲ ਨੂੰ ਤਸਦੀਕ ਕਰਦੇ ਆ ਕਿ ਜੈਸੇ ਗੰਗਾ ਨੀਰ ਪਾਛੇ ਲਾ ਕੇ ਹਰ ਫਿਰੇ, ਕਹਿਤ ਕਬੀਰ ਕਬੀਰ। ਬਿਲਕੁਲ ਸਹੀ ਆ, ਬਿਲਕੁਲ ਸਹੀ ਆ। ਇਹ ਗੱਲ ਘੁੰਮ ਘੁੰਮ ਕੇ ਫਿਰ ਉੱਥੇ ਚੱਲ ਜਾਣੀ ਆ, ਅੱਗੇ ਪਿੱਛੇ ਘੁੰਮ ਘੰਮ ਕੇ ਸੱਜੇ ਖੱਬੇ, ਫਿਰ ਗੱਲ ਉੱਥੇ ਆ ਜਾਣੀ ਆ। ਨਿਰਮਲਤਾ ਜਿਹੜੀ ਸਾਡੇ ਜੀਵਨ 'ਚ, ਪਵਿੱਤਰਤਾ ਸਾਡੇ ਜੀਵਨ 'ਚ, ਉਹ ਆਉਣੀ ਹੈ। ਔਰ ਸਮਾਂ ਆਊਗਾ। ਸੌਰੀ ਗੁਰਕੇ ਸਾਹਿਬ, ਉਹ ਨਾ ਕਬੀਰ ਜੀ ਕਹਿ ਰਹੇ ਨਿਰਮਲਤਾ ਕਿੱਥੇ ਆਉਣੀ, ਕਾਹਦੇ 'ਚ ਆਉਣੀ ਹੈ? ਮੈਂ ਫਿਰ ਇੱਥੇ ਜਿਹੜਾ ਹੈਗਾ ਫਿਰ ਜਿਹੜਾ ਹੈਗਾ ਇਹਨਾਂ ਨੇ ਫਸਾ ਲੈਣਾ ਹੈ ਆਪਾਂ ਨੂੰ, ਫਿਰ ਨੁਹਾਲਣ ਡੁਬਕੀਆਂ ਲਵਾ ਦੇਣੀਆਂ ਆਪਣੀਆਂ। ਡੁਬਕੀਆਂ ਨਹੀਂ ਲਾਉਣੀਆਂ ਹੁਣ ਆਪਾਂ ਨੇ ਸਰੀਰ ਦੀਆਂ। ਕਬੀਰ ਜੀ ਕਹਿ ਰਿਹਾ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਗੈਤ ਕਬੀਰ ਕਬੀਰ। ਇਸ ਕਰਕੇ ਭਾਈ ਮਨ ਦਾ ਇਸ਼ਨਾਨ ਯਾਦ ਰੱਖਿਓ, ਡੁਬਕੀਆਂ ਨਾ ਲਵਾਇਓ ਇਹਨਾਂ ਦੇ ਕਹਿਣ ਦੇ ਉੱਤੇ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ। ਮਨ ਨਿਰਮਲ ਪਿਆ, ਨਿਰਮਲ ਹੋ ਗਿਆ। ਕਿਉਂ? ਬਾਰ-ਬਾਰ ਪੁਰਸ਼ ਦੇ ਵਿੱਚ ਪ੍ਰਵੇਸ਼ ਕਰਦਾ ਹੈ, ਉੱਥੇ ਜਾ ਕੇ ਸਮਾਧੀ ਲੀਨ ਹੁੰਦਾ ਹੈ, ਔਰ ਇੱਕ ਸਮਾਂ ਆਉਂਦਾ ਹੈ ਆਪਣੇ ਰੂਪ ਦਾ ਤਿਆਗ ਕਰ ਦਿੰਦਾ ਹੈ। ਅਗਿਆਨ ਦੇ ਕੱਪੜੇ ਲਾ ਕੇ ਤੇ ਸੱਚ ਦੇ ਕੱਪੜੇ ਪਾ ਲਏ। ਇਹਦੇ ਚੱਲਣ 'ਚ ਸੱਚ, ਇਹਦੇ ਖਲੋਣ 'ਚ ਸੱਚ, ਇਹਦੇ ਬਹਿਣ 'ਚ ਸੱਚ, ਇਹਦੇ ਬੋਲਣ 'ਚ ਸੱਚ, ਇਹਦੇ ਸੁਣਨ 'ਚ ਸੱਚ, ਇਹਦੇ ਖਾਣ 'ਚ ਸੱਚ। ਸਾਰਾ ਕੁਝ ਸੱਚ ਹੋ ਜਾਣਾ ਹੈ, A to Z ਸੱਚ ਹੋ ਜਾਣਾ। ਉਹ ਬੜਾ ਗਹਿਰੇ ਲੈਵਲ ਤੇ ਹੋਣਾ। ਤੁਸੀਂ ਖੁਦ ਹੀ ਕਹਿਣਾ ਹੈ ਕਿ ਜੀਵਨ ਪਤਾ ਨਹੀਂ ਇੱਕ ਐਸੇ ਰਸਤੇ ਤੇ ਚੱਲ ਪਿਆ ਹੈ, ਸਾਰਾ ਕੁਝ ਪਿਓਰ ਹੈ, ਕੁਝ ਕਰਨ ਦੀ ਲੋੜ ਹੀ ਨਹੀਂ ਪੈ ਰਹੀ। ਮੈਂ ਦੇਖੋ ਤੁਹਾਡੇ ਲਾਗੇ ਕੋਈ ਖੂਬਸੂਰਤ ਔਰਤ ਬਹਿ ਗਈ, ਖੂਬਸੂਰਤ ਬੰਦਾ ਪੈ ਗਿਆ, ਤੁਹਾਡੇ ਚਿੱਤ 'ਚ ਤਰੰਗ ਨਹੀਂ ਪੈਦਾ ਹੋਣੀ। ਆਪ ਜਸਟ ਸੋਚੋ ਮੈਂ ਕਿਹੜੀ ਗੱਲ ਕਰ ਰਿਹਾ। ਕਰੋੜਾਂ ਦਾ ਮਹਿਲ ਆ, ਕਰੋੜਾਂ ਦੀ ਪ੍ਰਾਪਰਟੀ ਹੈ, ਸੋਨਾ ਪਿਆ, ਜੋ ਮਰਜ਼ੀ ਪਿਆ, ਤੁਹਾਡੇ ਮਨ 'ਚ ਨਹੀਂ ਹੋਣਾ ਯਾਰ ਇਹ ਪੈਸੇ ਮੈਨੂੰ ਮਿਲ ਜਾਣ। ਆਪ ਜਸਟ ਸੋਚੋ ਮੈਂ ਕਿਹੜੇ ਜੀਵਨ ਦੀ ਗੱਲ ਕਰ ਰਿਹਾ। ਇੰਨੀ ਪਿਓਰਿਟੀ, ਕਿਉਂਕਿ ਜੜ ਦੇ ਵਿੱਚੋਂ ਤੁਸੀਂ ਨਿਕਲ ਚੁੱਕੇ ਜੋ। ਜੜ, ਇਸ ਕਰਕੇ ਜੜ ਦਾ ਪ੍ਰਭਾਵ ਨਹੀਂ ਤੁਹਾਡੇ ਤੇ ਹੋਏਗਾ। ਪ੍ਰਕਿਰਤੀ ਕੁਛ ਨਹੀਂ ਕਰ ਸਕਦੀ। ਕਬੀਰ ਜੀ ਦੇ ਕਹਿੰਦੇ ਮਤਲਬ ਨੱਕ ਵੱਢਦਾ, ਨਾਕੋ ਮੁੰਡੀ ਕੀ ਕੀਤਾ, ਨਾਕੋ ਕਾਟੀ ਕਾਨੋ ਕਾਟੀ ਕਾਟ ਕੂਟ ਕੇ ਡਾਰੀ। ਉਹ ਚੀਜ਼ ਗੱਲ ਕਹਿਣ ਤੋਂ ਭਾਵ ਆ ਇਹ ਗੱਲਾਂ ਪ੍ਰੈਕਟੀਕਲ ਕਰਨ ਦਾ ਵਿਸ਼ਾ ਹੈ, ਤੇ ਲੋਕੀ ਪਤਾ ਨਹੀਂ ਕਿੱਥੇ ਬੈਠੇ ਆ, ਉੱਥੇ ਮੱਥਾ ਟੇਕ ਕੇ ਫੀਲਿੰਗ ਲਈ ਜਾਂਦੇ ਆ। ਕੋਈ ਕੱਪੜਾ ਪਾ ਲਿਆ, ਉਹਨਾਂ ਲੋਕੀ ਹੰਕਾਰ ਦੀ ਪੂਰਤੀ ਕਰੀ ਜਾਂਦੇ। ਬਾਬਾ ਜੀ ਤੁਸੀਂ ਬਹੁਤ ਵਧੀਆ ਸੇਵਾ, ਜੋ ਤੁਸੀਂ ਕਿੰਨੀ ਸੇਵਾ ਕਰਦੇ, ਰਾਤ ਨੂੰ ਇੰਨੇ 3 ਵਜੇ ਆ ਕੇ ਦੁੱਧ ਦੀ ਸੇਵਾ, ਫਲਾਨੀ ਸੇਵਾ, ਹੰਕਾਰ ਦੀ ਪੂਰਤੀ। ਦੇਖੋ ਜੀ ਤੁਸੀਂ ਕਿੰਨੇ ਚਿਰ ਦਾ ਲੰਗਰ ਲਵਾਇਆ, ਕਿੰਨਾ ਚੜਾਇਆ। ਉਹ ਬਸ ਤੇ ਇਹ ਸੰਸਾਰਿਕ ਪਦਾਰਥਾਂ ਦੇ ਨਾਲ ਜਿਹੜੀ ਹਉਮੈ ਆ ਉਹਨੂੰ ਚਮਕ ਦੇਣੀ ਬਹੁਤ ਆਸਾਨ ਹੈ, ਔਰ ਉਹਦੇ ਨਾਲ ਪ੍ਰਾਪਤ ਕੁਛ ਨਹੀਂ ਹੋਣਾ। ਉਹਦੀ ਕਿਤੋਂ ਉੱਥੇ ਖਲੋਤੇ ਰਹਿਣਾ, ਸਗੋਂ ਤੁਸੀਂ ਪਿੱਛੇ ਚੱਲ ਜਾਣਾ ਵਾ। ਅੱਗੇ ਕੀ ਹੋਣਾ, ਪਿੱਛੇ ਹੋਰ ਪਿੱਛੇ। ਤੇ ਇਸ ਕਰਕੇ ਆਪਾਂ ਇਹ ਚੀਜ਼ ਨੂੰ ਸਮਝੀਏ। ਕਹੇ ਰਵਿਦਾਸ ਉਦਾਸ ਦਾਸ ਮਤ, ਜਨਮ ਮਰਨ ਭੈ ਭਾਗੀ। ਕਹਿੰਦੇ ਨੇ। ਹਾਂਜੀ ਬਈ ਇਹ ਜਿਹੜਾ ਹੈਗਾ ਧਿਆਨ ਸਿਮਰਨ, ਜਿਹੜਾ ਵਿਚਾਰ ਬੰਦ ਕਰਨੇ, ਇਹ ਉਦਾਸ ਹੋਣਾ, ਇਹ ਉਦਾਸ ਮਤ ਆਹੀ ਆ ਭਾਈ। ਕਹੇ ਰਵਿਦਾਸ ਉਦਾਸ ਦਾਸ ਮਤ, ਬਈ ਮੇਰੀ ਮਤ ਤਾਂ ਆਹੀ ਹੈ ਭਾਈ। ਵਿਚਾਰ ਬੰਦ ਕਰੋ, ਆਪਣੇ ਮਨ ਨੂੰ ਦੇਖੋ, ਆਹੀ ਭਗਤੀ ਹੈਗੀ ਆ। ਔਰ ਇਹਦੇ ਨਾਲ ਜਨਮ ਮਰਨ ਦਾ ਡਰ ਜਿਹੜਾ ਹੈਗਾ, ਚੂਨਾ 'ਚ ਜਾਣ ਦਾ ਡਰ ਜਿਹੜਾ ਹੈਗਾ, ਇਹ ਪ੍ਰਕਿਰਤੀ ਦੀ ਕੈਦ ਦਾ ਡਰ ਜਿਹੜਾ ਹੈਗਾ, ਇਹ ਖਤਮ ਹੋ ਜਾਏਗਾ, ਭੱਜ ਜਾਏਗਾ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਤੇ ਜਦੋਂ ਤੁਸੀਂ ਉਸ ਅਵਸਥਾ 'ਚ ਪ੍ਰਵੇਸ਼ ਕੀਤਾ, ਤੁਹਾਨੂੰ ਖੁਦ ਹੀ ਪਤਾ ਲੱਗ ਜਾਣਾ ਉਹਦੇ ਵਿੱਚ ਕੀ ਹੋਊਗਾ। ਜਿਹੜਾ ਤੇ ਭੈ ਆ ਉਸ ਤੋਂ ਮੁਕਤੀ ਮਿਲ ਜਾਣੀ, ਜਨਮ ਮਰਨ ਦਾ ਭੈ ਜਿਹੜਾ ਖਤਮ ਹੋ ਜਾਏਗਾ। ਕਿਉਂਕਿ ਭੈ ਤੇ ਉਹਨੂੰ ਹੋਵੇ ਨਾ ਕਿ ਜਿਹਨੇ ਕਿਤੇ ਜਾਣਾ ਹੋਵੇ। ਜਿਹੜਾ ਆਲਰੇਡੀ ਪਹੁੰਚ ਗਿਆ ਉਹਨੇ ਕਿੱਥੇ ਜਾਣਾ, ਉਹ ਸਾਰਾ ਭਰਮ ਭਾਵ ਸਭ ਖਤਮ ਹੋ ਜਾਣਾ। ਕੋਈ ਇੱਛਾ ਨਹੀਂ ਰਹਿ ਜਾਣੀ ਤੁਹਾਡੇ ਅੰਦਰ, ਬਿਲਕੁਲ ਇੱਛਾ ਮੁਕਤ ਹੋ ਜਾਣਾ। ਤੁਸੀਂ ਆਪ ਜਸਟ ਸੋਚੋ ਉਸ ਅਵਸਥਾ ਦੇ ਬਾਰੇ ਜੋ ਮੈਂ ਤੁਹਾਨੂੰ ਕਹਿ ਰਿਹਾ। ਇੱਛਾ ਮੁਕਤ ਹੋ ਜਾਓ, ਕਿਤੇ ਜਾਣਾ ਹੀ ਨਹੀਂ। ਕਿੱਥੇ ਜਾਣਾ, ਆਲਰੇਡੀ ਪਹੁੰਚ ਕੇ ਜਿੱਥੇ ਜਾਣਾ। ਯਾਤਰਾ ਰੁਕ ਜਾਣੀ ਹੈ ਤੁਹਾਡੀ। ਹੁਣ ਤੁਸੀਂ ਨੋਰਮਲੀ ਕੀ ਕਰਦੇ ਜੋ, ਤੁਸੀਂ ਕਮਜ਼ੋਰ ਜੋ, ਬਹੁਤ ਕਮਜ਼ੋਰ। ਪ੍ਰਕਿਰਤੀ ਮਾੜੀ ਜਿਹੀ ਚਪੇੜ ਮਾਰਦੀ, ਆਪਾਂ ਹਿੱਲ ਜਾਂਦੇ। ਪਰ ਉਦੋਂ ਜਦੋਂ ਤੁਹਾਡੇ ਅੰਦਰ ਉਹ ਵਿਸ਼ਾਲ ਪਰਬਤ, ਪਰਮਾਤਮਾ ਦਾ ਜਿਹੜਾ ਸੰਬੰਧ ਸਥਾਪਿਤ ਹੋ ਗਿਆ, ਜਿਹਨੂੰ ਇਹ ਸਹਿਜ ਸਮਾਧੀ ਕਹਿ ਦਿੰਦੇ ਆ, ਤੇ ਬਸ ਉਹ ਫਿਰ ਬਹੁਤ ਮੁਸ਼ਕਿਲ।
ਫਿਰ ਤੁਸੀਂ ਕਮਜ਼ੋਰ ਨਹੀਂ ਰਹੇ। ਹੁਣ ਤੁਹਾਨੂੰ ਪ੍ਰਕਿਰਤੀ ਗੁਲਾਮ ਨਹੀਂ ਕਰ ਸਕਦੀ। ਹੁਣ ਨਾਰਮਲੀ ਤੇ ਪਤਾ ਕੀ ਹੁੰਦਾ, ਸਾਨੂੰ ਤੇ ਮਾੜਾ ਜਾ ਕੇ ਨੇ ਗੰਡੋਆ ਵਿਖਾਇਆ, ਅਸੀਂ ਜੰਪ ਕਰਕੇ ਖਾਂਦੇ। ਨਿਜਰ ਸਾਹਿਬ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਖੋ ਕੇ ਖਾਂਦੇ ਆ ਦੂਜਿਆਂ ਕੋਲੋਂ। ਹਾਂਜੀ ਵੀਰ ਜੀ। ਹਾਂ, ਆਪਾਂ ਫਟ ਮੱਛੀ ਵਾਂਗੂ ਜੰਪ ਕਰਦੇ ਆ, ਮਾੜਾ ਜਿਹਾ ਉਗਣ ਦਿਖਿਆ ਨਹੀਂ ਆਪਾਂ ਉੱਡੇ ਜਾਂਦੇ ਆ ਚਮਕਦਾ ਤੇ, ਪਰ ਉਦੋਂ ਨਹੀਂ, ਉਹ ਉਦੋਂ ਭਾਵੇਂ ਜੋ ਮਰਜ਼ੀ ਆ ਜੇ, ਪ੍ਰਕਿਰਤੀ ਤੁਹਾਡੇ ਅੰਦਰ ਹਲਚਲ ਨਹੀਂ ਪੈਦਾ ਕਰ ਸਕਦੀ, ਕਿਉਂਕਿ ਅੰਦਰ ਪਿਓਰਿਟੀ ਬਹੁਤ ਹੋ ਚੁੱਕੀ ਹੈ, ਬਹੁਤ ਪਿਓਰਿਟੀ। ਜਿੱਦਾਂ ਵੇਖੋ ਜਿਹੜਾ ਹੰਸ ਆ ਉਹ ਨਕਲੀ ਹੀਰੇ ਖਾਂਦਾ ਹੈ ਨਾ, ਉਹਨੂੰ ਖਵਾਓ। ਦੇਖੀ ਇਹਦਾ ਮਤਲਬ ਬ੍ਰਹਮ ਗਿਆਨੀ ਨਕਲੀ ਹੀਰੇ ਖਾਊਗਾ? ਜਿਹਦੀ ਇੰਨੀ ਚੇਤਨਾ ਪ੍ਰਗਟ ਹੋ ਗਈ ਆ, ਇੱਕ ਹੰਸੇ ਦੇ ਵਿੱਚ ਇੰਨੀ ਸੈਂਸ ਆ, ਤੇ ਬ੍ਰਹਮ ਗਿਆਨੀ ਨੂੰ ਕੋਈ ਚੀਜ਼ ਹਿਲਾ ਸਕਦੀ ਉਹਦੇ ਅੰਦਰ ਕੰਪਨ ਪੈਦਾ ਹੋਊਗੀ? ਜਿਹੜਾ ਇੰਨਾ ਪਵਿੱਤਰ ਹੋ ਗਿਆ, ਮੁਸ਼ਕਲ ਆ, ਬਹੁਤ ਮੁਸ਼ਕਲ। ਤੇ ਫਿਰ ਕਬੀਰ ਜੀ ਕਹਿ ਦਿੰਦੇ ਨੇ ਕਿ ਮੈਂ ਇੱਕ ਔਕੜ ਘਾਟੀ ਰਾਮ ਕੀਤਾ ਚੜਿਓ ਕਬੀਰ। ਬਹੁਤ ਔਖਾ ਮੰਜ਼ਿਲ ਹੈ ਜਿੱਥੇ ਪਹਾੜ ਤੇ ਮੈਂ ਇਕੱਲਾ ਚੜ੍ਹਨੇ। ਪਰ ਬ੍ਰਹਮ ਗਿਆਨੀ ਚੜ੍ਹਦਾ, ਫਿਰ ਇਕੱਲਾ ਚੜ੍ਹ ਜਾਂਦਾ, ਉਹ ਨਹੀਂ ਪ੍ਰਵਾਹ ਕਰਦਾ ਕਿ ਕੋਈ ਮਗਰ ਆਵੇ ਜਾਂ ਨਾ ਆਵੇ। ਨਿੱਜਰ ਸਾਹਿਬ ਇੱਕ ਸਮਾਂ ਇਹ ਵੀ ਆਉਂਦਾ ਜੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ, ਬਿਲਕੁਲ। ਹਾਂਜੀ, ਉਹ ਸ਼ਾਂਤ ਹੋ ਜਾਂਦਾ ਵਾ। ਹਾਂ, ਸ਼ੁਰੂ ਤੇ ਵੇਖੋ ਆ ਬ੍ਰਹਮ ਗਿਆਨੀ ਕਿੱਦਾਂ ਰੌਲਾ ਪਾਉਂਦੇ ਆ ਕਿ ਆ ਵੀ ਆ ਜੇ, ਆ ਵੀ ਆ ਜੇ। ਇੱਕ ਸਮਾਂ ਆਉਂਦਾ ਵੀ ਠੰਡੇ ਹੋ ਕੇ ਬਹਿ ਜਾਂਦੇ ਆ। ਬਿਲਕੁਲ ਬਹਿ ਜਾਂਦੇ ਆ। ਜਿਹੜੇ ਨਾਲ ਦੇ ਹੈਗੇ ਗੋਰਖੀ ਸਾਹਿਬ, ਉਹ ਤਾਂ ਉਹੀ ਉਹ ਤਾਂ ਪਿੱਛੇ ਨੂੰ ਖਿੱਚਣਾ ਚਾਹੁੰਦੇ ਆ। ਉਹ ਫਿਰ ਮਹਾਤਮਾ ਬੁੱਧ ਦਾ ਫਾਰਮੂਲਾ ਵਰਤਦੇ, ਕਹਿੰਦੇ ਜਿੰਨੇ ਜਾਣਾ ਵਾ ਉਹਨੇ ਮੇਰੇ ਤੋਂ ਬਿਨਾਂ ਚੱਲ ਜਾਣਾ ਵਾ, ਤੇ ਜਿੰਨੇ ਨਹੀਂ ਜਾਣਾ ਮੇਰੇ ਕਹਿਣ ਤੇ ਵੀ ਨਹੀਂ ਜਾਣਾ। ਇਹ ਸੱਚ ਆ। ਫਿਰ ਉਹਨੇ ਕੇਵਲ ਥੋੜਾ ਜਿਹਾ ਹੀ ਕੰਮ ਕਰਨਾ ਹੈ। ਥੋੜੇ ਜਿਹੇ ਲੋਕ ਜਿਹੜੇ ਦੋਨਾਂ ਦੇ ਵਿਚਕਾਰ ਆਉਂਦੇ ਆ, ਉਹਨਾਂ ਦੀ ਹੈਲਪ ਕਰੂਗਾ, ਕਿਉਂਕਿ ਉਹਨੂੰ ਪਤਾ ਹੈ ਕਿ ਮੈਂ ਕਿਹਨੂੰ ਬਦਲ ਥੋੜੀ ਸਕਦਾ। ਬਿਲਕੁਲ। ਇਸ ਕਰਕੇ ਜਿਹੜੇ ਬਿਲਕੁਲ ਕਿਨਾਰੇ ਤੇ ਬੈਠੇ ਉਹਨਾਂ ਦੀ ਹੈਲਪ ਹੋ ਸਕਦੀ ਹੈ। ਉਸ ਤੋਂ ਬਾਅਦ ਨਹੀਂ ਮੈਂ ਵੀ ਕਿਸੇ ਨੂੰ ਕਿਸੇ ਮਦਦ ਕਰ ਸਕਦਾ। ਮੇਰੇ ਤੇ ਘਰ ਦੇ ਨਹੀਂ ਕਹਿਣਾ ਮੰਨਦੇ, ਤੇ ਮੈਂ ਦੂਜੇ ਨੂੰ ਕਿਤੇ ਸਮਝਾਉਣਾ? ਮੰਨਦਾ ਕਿਸੇ ਦਾ ਕਹਿਣਾ? ਨਿੱਜਰ ਸਾਹਿਬ ਬਿਲਕੁਲ ਨਹੀਂ ਮੰਨਦਾ। ਸੇਮ ਇੱਧਰ ਵੀ ਆਹੀ ਗੱਲ ਆ। ਇੱਧਰ ਕਿਹੜਾ ਨਹੀਂ, ਮੈਂ ਨਿੱਜਰ ਸਾਹਿਬ ਇੱਧਰ ਸ਼ਾਇਦ ਮੰਨਦੇ ਹੋਣਾ। ਨਾ ਇਸ ਤਰ੍ਹਾਂ ਹੀ ਆ ਗੋਰਖੀ ਸਾਹਿਬ, ਇਸ ਤਰ੍ਹਾਂ ਹੀ ਆ। ਇਹਨਾਂ ਨੂੰ ਪੁੱਛ ਕੇ ਦੇਖ ਲਓ, ਦੋਨੋਂ ਆਪਸ ਦੇ ਵਿੱਚ ਆਪਣੇ ਦੁੱਖ ਸੁੱਖ ਫੋਲ ਲੈਣਗੀਆਂ। ਠੀਕ ਹੈ ਜੀ, ਅੱਜ ਦੀ ਵਿਚਾਰ ਨਿੱਜਰ ਸਾਹਿਬ ਇੱਥੇ ਸਮਾਪਤ ਕਰਦੀ। ਹਾਂਜੀ ਵੀਰ ਜੀ, ਇਹ ਮੈਂ ਸੰਗਤ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਹੈ, ਭਾਈ ਬਾਣੀ ਜਿਹੜੀ ਹੈ, ਇਹ ਗਿਆਨ ਜਿਹੜਾ ਹੈਗਾ, ਇਹ ਹਾਈਐਸਟ ਪੀਕ ਤੇ ਜਾ ਰਿਹਾ ਹੈ ਭਾਈ। ਇਸ ਤੋਂ ਲੈ ਲਓ ਭਾਈ, ਬਹੁਤ ਜਿਹੜਾ ਹੈਗਾ, ਇਹਨੂੰ ਬਾਰ ਸੁਣ ਲਈ ਆਪਾਂ। ਔਰ ਇਹਦੇ ਚੋਂ ਜਿਹੜਾ ਹੈਗਾ ਹੀਰੇ ਮੋਤੀ ਬਹੁਤ ਕੀਮਤੀ ਹੈਗੇ ਜੀ, ਬਹੁਤ ਕੀਮਤੀ ਹੈ। ਮਾਲਕ ਨੇ ਪਤਾ ਨਹੀਂ ਕਿਹੜੇ ਪਾਸਿਓਂ ਸਾਡੇ ਵਰਗਿਆਂ ਦੇ ਉੱਤੇ ਤੁੱਠਿਆ ਪਿਆ ਹੈ। ਮੈਨੂੰ ਨਹੀਂ ਸਮਝ ਆਉਂਦਾ ਭਾਈ। ਬਸ ਇੰਨਾ ਹੀ ਕਹਿ ਸਕਦਾ ਵੀ ਮਾਲਕਾ ਤੂੰ ਬੇਅੰਤ ਹੈਗਾ। ਪਤਾ ਨਹੀਂ, ਕਹਿੰਦੇ ਜੀ ਪਤਾ ਨਹੀਂ ਰੱਬ ਕਿਹੜਿਆਂ ਰੰਗਾਂ ਵਿੱਚ ਰਾਜੀ। ਹਾਂ, ਬਸ ਇੰਨੀ ਗੱਲ ਹੈ ਬਸ। ਸਭ ਕੋ, ਹਾਂ, ਨਾਲੇ ਵੀ ਕਹਿੰਦੇ ਜੀ, ਕਹਿੰਦੇ ਸਭ ਕੋ ਤੇਰੇ ਬਸ ਅਗਮ ਗੋਚਰਾ, ਤੂੰ ਭਗਤਾਂ ਕੇ ਬਸ, ਭਗਤਾਂ ਤਾਣ ਤੇਰਾ। ਬਿਲਕੁਲ ਹੈ ਨਾ ਜੀ। ਉਹ ਮਾਲਕ ਕਿਰਪਾ ਕਰੇ ਜੀ ਸਾਰਿਆਂ ਤੇ। ਬਹੁਤ ਵਧੀਆ ਜੀ। ਬਸ ਗੋਰਖੀ ਸਾਹਿਬ, ਇੱਕ ਨਾ ਹੁਣ ਲਗੇ ਹੱਥ ਜਿਹੜਾ ਹੈਗਾ ਮੇਰਾ ਵੀ ਇੱਕ ਕੰਮ ਕਰ ਦੋ। ਅੱਜ ਮੇਰੀ ਅਰਦਾਸ ਕਰ ਦੋ ਵੀ ਮਾਲਕਾ ਭਾਂਡਾ ਦੇ ਦੇ। ਜੇ ਤੂੰ ਦਾਤ ਇੰਨੀ ਸੁੱਟ ਰਿਹਾ ਤੇ ਭਾਂਡਾ ਵੀ ਵਧਾ ਦੇ ਬਸ। ਹਾਂਜੀ ਵੀਰ ਜੀ। ਜ਼ਰੂਰ ਜੀ। ਦੇਖੋ ਜੀ, ਜਿਵੇਂ ਨਿੱਜਰ ਸਾਹਿਬ ਸਾਡੇ ਅੰਦਰ ਕੈਪੈਸਿਟੀ ਬਿਲਡ ਹੁੰਦੀ ਹੈ ਨਾ, ਤੇ ਪ੍ਰਮਾਤਮਾ ਵਸਤੂ ਉਹਦੇ ਹਿਸਾਬ ਨਾਲ ਪਾਈ ਜਾਂਦਾ। ਤੇ ਇਹ ਵੀ ਉਹਦੀ ਦਇਆ ਤੇ ਜੀ, ਉਹ ਖੁਦ ਹੀ ਸਾਰਾ ਕੁਝ ਕਰ ਰਿਹਾ। ਤੇ ਖਾਸ ਕਰਕੇ ਜਿਹੜੀ ਇਹ ਮੰਜ਼ਿਲ ਹੈ ਜਿੱਥੇ ਆਪਾਂ ਚੱਲੇ ਆ ਨਾ, ਇੱਥੇ ਕੋਈ ਜਾ ਨਹੀਂ ਸਕਦਾ, ਬਹੁਤ ਔਖਾ। ਤੇ ਮੈਂ ਤਾਂ ਸੋਚਦਾ ਉਹਦੀ ਰਹਿਮਤ ਹੈ। ਕਹਿੰਦਾ ਮਾਨੋ ਤੋਂ ਗੰਗਾ ਮਾਤਾ, ਮਾਨੋ ਤੋਂ ਬਹਿਤਾ ਪਾਣੀ। ਜੇ ਸੰਗਤ ਕਰ ਰਹੇ ਹਾਂ ਤਾਂ ਮੈਂ ਸੋਚਦਾ ਉਹਦੀ ਰਹਿਮਤ ਹੀ ਆ। ਉਹਦੀ ਰਹਿਮਤ ਤੋਂ ਬਿਨਾਂ ਤੇ ਕੁਛ ਨਹੀਂ ਹੋਣਾ। ਜੇ ਆਪਾਂ ਬੈਠੇ ਹਾਂ ਇੱਥੇ, ਉਸਦੀ ਬੰਦਗੀ ਦੇ ਬਾਰੇ ਵਿਚਾਰ ਚੱਲਦੀ ਹੈ ਉਹਦੀ। ਇਹ ਸਮਾਂ ਜਿਹੜਾ ਹੈ, ਇਹ ਫਿਲਾਸਫੀ ਦਾ ਮਤਲਬ ਕੀ ਹੈ? ਅਦ੍ਰਿਸ਼ ਸੰਸਾਰ, ਇਹਦੇ ਪਿੱਛੇ ਕੀ ਚੱਲ ਰਿਹਾ? ਪਹਿਲਾਂ ਗੱਲਾਂ ਕਰਨੀਆਂ, ਫਿਰ ਉਹ ਚੀਜ਼ ਨੂੰ ਖੁਦ ਅਨੁਭਵ ਕਰਨਾ, ਫਿਰ ਉਹਨੂੰ ਜੀਵਨ ਚ ਲਿਆਉਣਾ, ਫਿਰ ਉਹ ਗ੍ਰੰਥਾਂ ਨੇ ਫਿਰ ਬੋਲਣਾ ਹੈ। ਤੁਹਾਡੇ ਗਿਆਨ ਨੂੰ ਤਸਦੀਕ ਕਰਨਾ ਇਹਨਾਂ ਗ੍ਰੰਥਾਂ ਨੇ। ਜਿੱਦਾਂ ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਇੱਕ ਅਲੱਗ ਚੀਜ਼ ਹੈ, ਤੁਹਾਨੂੰ ਮਾਰਗ ਮਿਲ ਸਕਦਾ। ਜਦੋਂ ਤੁਸੀਂ ਪਹੁੰਚ ਗਏ ਨਾ, ਫਿਰ ਬਾਣੀ ਨੇ ਤੁਹਾਡੇ ਦੁਆਰਾ ਜਿਹੜਾ ਪ੍ਰਾਪਤ ਕੀਤਾ ਸੱਚ ਹੈ ਨਾ,
ਉੱਥੇ ਸਟੈਂਪ ਲਾ ਦੇਣੀ ਹੈ ਕਿ ਉਹੀ। ਤੇਰਾ ਗਿਆਨ ਅਸਲੀ ਹੈ। ਉਹੀ ਤਾਂ ਬਾਣੀ ਕਹਿੰਦੀ ਮਹਾਰਾਜ ਕਹਿੰਦੇ ਸਾਖੀ ਅੰਤਰ ਜਾਗੀ। ਸਾਖੀ ਦਾ ਮਤਲਬ ਸਿੱਖਿਆ, ਗੁਰ ਸਾਖੀ ਅੰਤਰ ਜਾਗੀ। ਇਹ ਗੁਰੂ ਦੀ ਸਿੱਖਿਆ ਜਿਹੜੀ ਹੈਗੀ, ਗਿਆਨ ਜਿਹੜਾ ਹੈਗਾ, ਇਹ ਆਪਣੇ ਅੰਦਰ ਪ੍ਰੈਕਟੀਕਲ ਹੋ ਜਾਣਾ, ਇਹਦਾ ਜਾਗ ਜਾਣਾ ਹੈ। ਹਾਂਜੀ ਵੀਰ ਜੀ। ਹਾਂ, ਮੁੜ ਕੇ ਤੇ ਇੱਕ ਚੀਜ਼ਾਂ ਹੈ ਪੱਤਿਆਂ ਨੂੰ ਖੁੱਲਣੀਆਂ ਸਾਰੀ ਗੇਮ। ਕਿਤੇ ਕਹਿਣਾ ਕਿ ਇਹ ਹੁਣ ਬ੍ਰਹਮ ਗਿਆਨੀ ਕੀ ਕਹਿ ਕੇ ਗਏ, ਉਹਨਾਂ ਨੂੰ ਕਪਾਸ਼ਨ ਨੇ ਕੀ ਕਿਹਾ, ਐਡੀ ਕਥਾ ਆਪਾਂ ਕਰ ਰਹੇ ਹਾਂ, ਕਿਤੇ ਕਥਾ ਕਿਤੇ ਰੋਜ਼ ਹੋਣੀ ਹੈ, ਕਿਤੇ ਦੀ ਰਹਿਮਤ ਹੈ, ਕਿਤੇ ਆਪਾਂ ਨੂੰ ਉਹਦਾ ਹਿੱਸਾ ਬਣਨ ਨੂੰ ਮੌਕਾ ਮਿਲਿਆ ਤਾਂ ਆਪਾਂ ਸਰਵਣ ਕਰ ਰਹੇ ਹਾਂ। ਬਾਣੀ ਖੁਦ ਬੋਲ ਰਹੀ ਹੈ ਔਰ ਬਹੁਤ ਆਨੰਦਮਈ। ਠੀਕ ਹੈ ਜੀ, ਅੱਜ ਦੇ ਵਿਚਾਰ ਇੱਥੇ ਸਮਾਪਤ ਕਰੀਏ। ਹਾਂਜੀ ਵੀਰ ਜੀ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਬਾਣੀ ਸਰਵਣ ਕਰਦਿਆਂ ਨਿੱਕਾ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਵਿੱਚ ਸੁਣ ਕੇ ਮਾਫ਼ ਕਰੋ। ਅੱਗੇ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਪੁੱਛੋ ਮੇਰੇ ਮਾਲਿਕ। ਇਹ ਮੇਰੇ ਪਿਤਾ ਆਈਆਂ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ ਤੇ ਲੋਕਤਾ ਬਖਸ਼ੀ ਘਰ ਵਿੱਚ ਸੁੱਖ ਸ਼ਾਂਤੀ ਪਤਨੀ ਨਾਮਦਨ ਬਖਸ਼ਣਾ ਮੇਰੇ ਮਾਲਿਕ। ਅਸੀਂ ਸਾਰੇ ਨਿਰਵਿਚਾਰ ਸਮਾਧੀ ਵਿੱਚ ਪ੍ਰਵੇਸ਼ ਕਰਨਾ ਚਾਹੁੰਦੇ ਹਾਂ, ਮਿਹਰ ਕਰੋ ਮੇਰੇ ਮਾਲਿਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਹੁਣ ਸੰਗਤ ਦੀ ਚੁੱਪ ਚ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ।